इतना जब अभ्यास करते हैं तो क्या आंखों के पीछे ध्यान टिकाना चाहिए? आंखों के पीछे ध्यान टिकाना चाहिए बीच में, या आंखें ऊपर करके ध्यान लगाना चाहिए? आंखों के बीच में ध्यान टिकाना चाहिए, ना ज्यादा ऊपर ना थल्ले। कहता है आपसे हमने सुना है कि महाराज सावन सिंह जी कहा करते थे कि जो आवाज है, धुन है, वो बिल्कुल मत्थे के बीच में हमेशा झुनकारा दे रही है और वहां से ही आती है। लेकिन मैं जब आवाज सुनता हूँ तो दाईं तरफ से सुनता हूँ। तो ऐसा क्यों है? और दूसरी ये बात है कि जब हम भजन पे बैठते हैं आवाज सुनने के लिए, तो हमारे ध्यान कहाँ टिका होना चाहिए? सानू आदत पै चुकी है बाहरों आवाज सुनने दी, इस वास्ते सानू लगदी इस तरह है कि बाहरों आवाज आई है, आ रही है, लेकिन हौली हौली बाहर दी आदत हट के अंदर लग जाएगी तो सानू पता लगेगा कि आवाज अंदरों ही है, मत्थे दे विच ही आवाज आ रही है। और ध्यान जिथे थोड़ा सिमरन दे वक्त लग्या हुंदा तीसरे तिल ते उत्थे ही लग्या होवे। कहती है कि अगर कोई कुछ ना देखे तो क्या होता अंधेरा होता है। लेकिन वो अंधेरे च ही देखो प्रकाश हो जाएगा। है? कहती है, जब आवाज सुनते हैं तब सिमरन क्यों नहीं दोहराना चाहिए? ਸਾਨੂੰ ਜਵਾਨ ਦੀ ਆਦਤ ਪਈ ਹੋਈ ਹੈ, ਲੇਕਿਨ ਜਦ ਜਵਾਨ ਦੀ ਆਦਤ ਹਟ ਜਾਂਦੀ ਹੈ, ਜਿਸ ਤਰ੍ਹਾਂ ਦੁਨੀਆ ਦੇ ਖਿਆਲ ਆਪਣੇ ਆਪ ਹੀ ਆਈ ਜਾਂਦੇ ਆ, ਫਿਰ ਨਾ ਇਹ ਪਤਾ ਲੱਗਦਾ ਵੀ ਅਸੀਂ ਹਟੇ ਹਾਂ ਸਿਮਰਨ ਕਰਨੋਂ, ਨਾ ਇਹ ਪਤਾ ਲੱਗਦਾ ਅਸੀਂ ਕਰਦੇ ਹਾਂ। शुरू शुरू की बात हाँ, है। शुरू शुरू की बात है। हाँ। तो ठीक है, हम महाराज जी से प्रार्थना करते हैं। हम्म? आपसे प्रार्थना करते हैं, अगर आप हमको कुछ दर्शन के बारे में बताओ। ये और भी कई लोगों की बेनती थी। दर्शन बहुत उच्ची चीज है, और ਜਿਹੜਾ ਪ੍ਰੇਮ ਸੇ ਦਰਸ਼ਨ ਕਰਦਾ ਹੈ ਉਸ ਦੇ ਸਭ ਪਾਪ ਖਤਮ ਹੋ ਜਾਂਦੇ ਹੈ। ਅਗਰ ਸਾਨੂੰ ਦਰਸ਼ਨਾਂ ਦੇ ਮੁਤਲਕ ਗਿਆਨ ਹੋਵੇ ਕਿ ਦਰਸ਼ਨ ਕੀ ਚੀਜ਼ ਹੈ ਸੰਤਾਂ ਦੇ, ਤਾਂ ਦਰਸ਼ਨ ਭਜਨ ਤੋਂ ਵੀ ਉੱਚੇ ਹੁੰਦੇ ਆ। ਸਵਾਮੀ ਜੀ ਮਹਾਰਾਜ ਕਹਿੰਦੇ ਦਰਸ਼ਨ ਕਰਤ ਪਿੰਡ ਸੁਧ ਭੁੱਲੀ, ਕਿ ਮੈਂ ਆਪਣੇ ਗੁਰੂ ਦੇ ਦਰਸ਼ਨ ਕਰਕੇ ਸਰੀਰ ਦੀ ਮੇਰੀ ਸੁਧ ਨਹੀਂ ਰਹੀ ਸੀ। ਹਜੂਰ ਸਵਾਮੀ ਜੀ ਦੇ ਬੀਬੀ ਬੁੱਕੋ ਔਰ ਸਿੱਬੋ ਔਰ ਹਜੂਰ ਸਾਲਗ੍ਰਾਮ, ਜਿਨ੍ਹਾਂ ਨੂੰ ਉਹਨਾਂ ਨੇ ਬਾਅਦ ਵਿੱਚ ਉੱਥੇ ਨਾਮਦਾਨ ਦੇਣ ਦਾ ਹੁਕਮ ਦਿੱਤਾ ਸੀਗਾ, ਇਹ ਤਿੰਨ ਇਤਨੇ ਪ੍ਰੇਮੀ ਸਨ ਕਿ ਦਰਸ਼ਨ ਕਰੇ ਬਗੈਰ ਖਾਣਾ ਨਹੀਂ ਖਾ ਸਕਦੇ ਸਨ। ਬੀਬੀ ਸਿੱਬੋ ਇੱਕ ਦਿਨ ਆਪਦੇ ਘਰੇ ਨਹਾ ਰਹੀ ਸੀਗੀ। ਇੱਕ ਜੋਗੀ ਨੇ ਆ ਕੇ ਸਤਿਗੁਰੂ ਪਿਆਰ ਦਾ ਭਜਨ ਬੋਲਿਆ, ਲੇਕਿਨ ਉਸ ਨੂੰ ਕੋਈ ਸੁਧ ਨਹੀਂ ਰਹੀ। ਉਹ ਭੱਜ ਕੇ ਆ ਕੇ ਜੋਗੀ ਦੇ ਚਰਨਾਂ ਦੇ ਉੱਤੇ ਟਹਿ ਪਈ, ਹਾਲਾਂਕਿ ਉਹ ਮੰਗਤਾ ਸੀਗਾ। ਔਰ ਉਹ ਕਹਿਣ ਲੱਗਿਆ ਵੀ ਤੂੰ ਕੱਪੜੇ ਦਾ ਪਹਿਰ। ਉਹ 6 ਦਿਨੇ ਅੰਦਰ ਗਈ, ਯਾਨੀ ਗੁਰੂ ਇਤਨਾ ਗੁਰੂ ਪਿਆਰ ਸੀ ਉਸ ਦੇ ਅੰਦਰ, ਬੀਬੀ ਸਿੱਬੋ ਦੇ ਅੰਦਰ। ਉਹ ਆਮ ਤੌਰ ਦੇ ਉੱਤੇ ਸਵਾਮੀ ਜੀ ਦੇ ਪੈਰ ਦਾ ਅੰਗੂਠਾ ਚੁੰਮਦੀ ਹੁੰਦੀ ਸੀਗੀ। ਉਹ ਕਹਿੰਦੀ ਸੀ ਮੈਨੂੰ ਇਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਉਂਦਾ ਹੈ। ਔਰ ਸਵਾਮੀ ਜੀ ਮਹਾਰਾਜ ਦੀ ਫੈਮਿਲੀ ਨੇ ਸਵਾਮੀ ਜੀ ਦਾ ਕਾਫੀ ਵਿਰੋਧ ਕੀਤਾ ਸੀਗਾ। ਔਰ ਇੱਕ ਉੱਥੇ ਤਵੀਤ ਆਗਿਆ ਯੋਗੀ ਕਰਦਾ ਹੁੰਦਾ ਸੀਗਾ, ਔਰ ਉਸ ਦੇ ਵੀ ਤਵੀਤ ਆਗਿਆਂ ਦੇ ਅੰਦਰ ਕਾਫੀ ਫਰਕ ਪੈਣ ਲੱਗਾ, ਕਿਉਂਕਿ ਜਿਹੜਾ ਸਵਾਮੀ ਜੀ ਦਾ ਸੇਵਕ ਹੋ ਜਾਂਦਾ ਸੀ ਉਹ ਇਸ ਪਖੰਡ ਨੂੰ ਨਹੀਂ ਮੰਨਦਾ ਸੀਗਾ, ਜੰਤਰਾਂ ਮੰਤਰਾਂ ਨੂੰ। ਔਰ ਉਸ ਦੀ ਜਿਹੜਾ ਉੱਥੋਂ ਦਾ ਆਗਰੇ ਸ਼ਹਿਰ ਦਾ ਮਾਲਕ ਸੀਗਾ, ਚਲੋ ਕੋਈ ਕੁਤਵਾਲ ਕਹਿ ਲਓ, ਕੁਛ ਕਹਿ ਲਓ, ਉਸ ਦੇ ਨਾਲ ਉਸਦਾ ਅੱਛਾ ਸਲੂਕ ਸੀਗਾ। ਉਸਨੇ ਉਸ ਮੌਕੇ ਤੋਂ ਫਾਇਦਾ ਉਠਾ ਕੇ ਸਵਾਮੀ ਜੀ ਦੇ ਘਰੇ ਜਿਤਨੇ ਵੀ ਸਤਸੰਗੀ ਆਉਂਦੇ ਸੀ ਸਭ ਨੂੰ ਬੰਦ ਕਰ ਦਿੱਤਾ ਹੁਕਮੀਆਂ, ਬਲਕਿ ਬਾਰ ਦੇ ਵਿੱਚ ਪੁਲਿਸ ਦਾ ਪਹਿਰਾ ਬਿਠਾ ਦਿੱਤਾ। ਸਵਾਮੀ ਜੀ ਮਹਾਰਾਜ ਨੇ ਆਪਦੇ ਸੇਵਕਾਂ ਨੂੰ ਹੁਕਮ ਦੇ ਦਿੱਤਾ ਵੀ ਕੋਈ ਵੀ ਆਦਮੀ ਮੇਰੇ ਦਰਸ਼ਨਾਂ ਨੂੰ ਨਹੀਂ ਆ ਸਕਦਾ ਗਾ। ਔਰ ਇਹ ਜਿਹੜੇ ਪ੍ਰੇਮੀ ਮੈਂ ਜਿਨ੍ਹਾਂ ਦਾ ਜ਼ਿਕਰ ਕੀਤਾ, ਬੀਬੀ ਬੁੱਕੋ, ਸਿੱਬੋ ਔਰ ਹਜ਼ੂਰ ਸਾਲਗ੍ਰਾਮ ਜੀ, ਇਹ ਖਾਣਾ ਨਹੀਂ ਖਾ ਸਕਦੇ ਸੀ ਦਰਸ਼ਨ ਕਰੇ ਬਿਨਾਂ। ਦੁਪਹਿਰ ਦਾ ਵਕਤ ਸੀਗਾ। ਸਵਾਮੀ ਜੀ ਦਾ ਘਰ ਬਹੁਤ ਇੱਕ ਪੀੜੀ ਜੀ ਗਲੀ ਦੇ ਵਿੱਚ ਸੀਗਾ, ਜਿੱਥੇ ਆਮ ਮਕਾਨ ਲੱਗਦੇ ਸੀਗੇ, ਛੋਟਾ ਜਿਹਾ ਮਕਾਨ ਸੀਗਾ। ਔਰ ਹਜ਼ੂਰ ਸਾਲਗ੍ਰਾਮ ਜੀ ਕੋਠੀ ਕੋਠੀ ਆ ਕੇ ਇਸ ਤਰ੍ਹਾਂ ਬਨੇਰੇ ਦੇ ਨਾਲ ਪੈ ਗਿਆ ਵੀ ਕਿਤੇ ਨਾ ਕਿਤੇ ਵਿਹੜੇ 'ਚ ਹੀ ਨਿਕਲਣਗੇ। ਔਰ ਪਤਾ ਨਹੀਂ ਕਦੋਂ ਕਦਾ ਉੱਥੇ ਪਿਆ ਸੀਗਾ। ਜਦ ਸਵਾਮੀ ਜੀ ਮਹਾਰਾਜ ਵਿਹੜੇ ਦੇ ਵਿੱਚ ਨਿਕਲੇ, ਕਿਤੇ ਸਵਾਮੀ ਜੀ ਆਮ ਪਊਏ ਪਹਿਨਦੇ ਹੁੰਦੇ ਸੀ ਲੱਕੜ ਦੇ, ਤਾਂ ਉਧਰੋਂ ਉਹਨੂੰ ਉਹ ਆਪਦੀ ਆਦਤ ਮੁਤਾਬਕ ਉਹਨੇ ਸਿਰ ਤਾਹਾਂ ਚੱਕ ਕੇ ਦਰਸ਼ਨ ਕਰਨ ਲੱਗਿਆ। ਸਵਾਮੀ ਜੀ ਦੇ ਨਜ਼ਰ ਪੈ ਗਿਆ। ਸਵਾਮੀ ਜੀ ਨੇ ਖੜਾਮ ਲਾਈ ਪੈਰ ਦੇ ਵਿੱਚੋਂ, ਜਿਉਂ ਚਲਾਈ ਹਜ਼ੂਰ ਸਾਲਗ੍ਰਾਮ ਦੇ ਇੱਥੇ ਵੱਜੀ ਜਾ ਕੇ, ਔਰ ਖੂਨ ਦੀ ਧਾਰ ਆਈ। ਲੇਕਿਨ ਗੁੱਸਾ ਨਹੀਂ ਮੰਨਿਆ, ਉਲਟ ਕੇ ਪੈਰੀਂ ਡਿੱਗ ਪਿਆ। ਕਹਿਣ ਲੱਗਿਆ ਤੇਰਾ ਹੀ ਸਭ ਖੇਲ ਹੈ, ਅਸੀਂ ਦਰਸ਼ਨ ਕਰੇ ਬਗੈਰ ਜੀ ਨਹੀਂ ਸਕਦੇਗੇ। ਔਰ ਸਵਾਮੀ ਜੀ ਵੀ ਉਸ ਦੇ ਉੱਤੇ ਇਤਨੇ ਆਸ਼ਕ ਸੀਗੇ। ਸਵਾਮੀ ਜੀ ਵੀ ਇਹ ਕਹਿੰਦੇ ਹੁੰਦੇ ਸੀ ਮੈਨੂੰ ਪਤਾ ਨਹੀਂ ਮੈਂ ਸਾਲਗ੍ਰਾਮ ਹੈ ਕਿ ਸਵਾਮੀ ਜੀ ਹੈ। ਔਰ ਹਜ਼ੂਰ ਸਾਲਗ੍ਰਾਮ ਜੀ ਸਾਰੇ यूपी ਦਾ ਜਰਨਲ ਪੋਸਟ ਮਾਸਟਰ ਸੀਗਾ। ਔਰ ਉਹ ਜਮਨਾ ਤੋਂ ਪਾਣੀ ਦੀ ਗਾਗਰ ਲਿਆ ਕੇ ਰੋਜ਼ ਸਵਾਮੀ ਜੀ ਨੂੰ ਇਸ਼ਨਾਨ ਕਰਾਉਂਦਾ ਹੁੰਦਾ ਸੀਗਾ।
ਕੁਝ ਲੋਕਾਂ ਨੇ ਜਦ ਹਜ਼ੂਰ ਸਾਲਗ੍ਰਾਮ ਦੀ ਕਾਫੀ ਸਾਰੀ ਵਿਰੋਧਤਾ ਕੀਤੀ ਕਿ ਇਸ ਨੂੰ ਪਕੜ ਲਓ ਜਦੋਂ ਜਾਂਦਾ ਹੈ, ਲੇਕਿਨ ਉਹਨੇ ਲੋਕ ਲਾਜ ਇੱਥੋਂ ਤੱਕ ਲਾ ਦਿੱਤੀ ਸੀ, ਆਪਦੇ ਪੈਰਾਂ ਦੇ ਵਿੱਚ ਝਾਂਜਰਾਂ ਬੰਨ ਲਈਆਂ ਸੀਗੀਆਂ ਹਜ਼ੂਰ ਸਾਲਗ੍ਰਾਮ ਨੇ। ਜਦੋਂ ਪਾਣੀ ਦੀ ਗਾਗਰ ਲੈ ਕੇ ਆਉਂਦਾ, ਲੋਕਾਂ ਨੂੰ ਪਤਾ ਲੱਗੇ ਵੀ ਸਵਾਮੀ ਜੀ ਦਾ ਇੱਕ ਸੇਵਕ ਜਾਂਦਾ ਹੈ, ਉਹਨੇ ਅਫਸਰੀ ਦੀ ਪਰਵਾਹ ਨਹੀਂ ਕੀਤੀ ਸੀ ਔਰ ਪੈਰਾਂ ਦੇ ਵਿੱਚ ਝਾਂਜਰਾਂ ਬੰਨ ਕੇ ਜਾਂਦਾ ਹੁੰਦਾ ਸੀਗਾ ਹਜ਼ੂਰ ਸਵਾਮੀ ਜੀ ਮਹਾਰਾਜ ਦੇ ਵਾਸਤੇ ਪਾਣੀ ਜਮਨਾ ਤੋਂ ਲੈਣ ਵਾਸਤੇ। ਔਰ ਬਾਬਾ ਜੈਮਲ ਸਿੰਘ ਜੀ ਆਰਮੀ ਦੀ ਵੀ ਨੌਕਰੀ ਕਰਦੇ ਹੁੰਦੇ ਸੀਗੇ ਔਰ ਉਹਨਾਂ ਨੇ ਵੀ ਇਹ ਆਪਦੀ ਗੈਰ ਹਾਜ਼ਰੀ ਦੀ ਪਰਵਾਹ ਨਹੀਂ ਕਰਦੇ ਸੀਗੇ ਔਰ ਸਵਾਮੀ ਜੀ ਦੇ ਦਰਸ਼ਨ ਉਸ ਵਕਤ ਵੀ ਕਰਕੇ ਜਾਂਦੇ। ਲੇਕਿਨ ਸਵਾਮੀ ਜੀ ਉਹਨਾਂ ਦੀ ਐਸੀ ਲੱਜਾ ਰੱਖਦੇ ਸੀਗੇ ਕਿ ਉੱਥੇ ਗਿਣਤੀ ਸਵਾਮੀ ਜੀ ਲਵਾਉਂਦੇ ਸੀ, ਉਹ ਉਹਨਾਂ ਦੇ ਦਰਸ਼ਨ ਕਰਨ ਆਉਂਦੇ ਸੀਗੇ। ਇਸੇ ਤਰ੍ਹਾਂ ਮਹਾਰਾਜ ਸਾਵਣ ਸਿੰਘ ਜੀ ਕਦੇ ਵੀ ਛੁੱਟੀ ਉਹਨਾਂ ਨੇ ਘਰੇ ਨਹੀਂ ਕੱਟੀ ਸੀ। ਜਦ ਵੀ ਆਰਮੀ ਦੇ ਵਿੱਚੋਂ ਛੁੱਟੀ ਉਹਨਾਂ ਨੂੰ ਮਿਲਦੀ, ਸਿੱਧੇ ਬਾਬਾ ਜੈਮਲ ਸਿੰਘ ਕੋਲੇ ਆਉਂਦੇ ਔਰ ਜੋ ਤਨਖਾਹ ਹੁੰਦੀ ਸੀਗੀ ਮਹੀਨੇ ਦੇ ਮਹੀਨੇ ਬਾਬਾ ਜੈਮਲ ਸਿੰਘ ਦੇ ਅੱਗੇ ਰੱਖ ਦਿੰਦੇ ਸੀਗੇ ਔਰ ਬਾਬਾ ਜੈਮਲ ਸਿੰਘ ਜੀ ਮਹਾਰਾਜ ਸਾਵਣ ਸਿੰਘ ਦੇ ਘਰੇ ਜੋ ਚਾਹੁੰਦੇ ਖਰਚਾ ਦਿੰਦੇ ਸੀਗੇ। ਔਰ ਇਸੇ ਤਰ੍ਹਾਂ ਮਹਾਰਾਜ ਕਿਰਪਾਲ ਜਦ ਵੀ ਛੁੱਟੀ ਮਿਲਣੀ ਇਹਨਾਂ ਨੂੰ ਲਾਹੌਰ ਤੋਂ ਫੌਰਨ ਡੇਰੇ ਬਿਆਸ ਮਹਾਰਾਜ ਸਾਵਣ ਸਿੰਘ ਦੇ ਦਰਸ਼ਨਾਂ ਨੂੰ ਜਾਂਦੇ। ਔਰ ਆਪ ਕਹਿੰਦੇ ਹੁੰਦੇ ਸੀ ਕਿ ਜਦ ਮੈਂ ਮਹਾਰਾਜ ਦੇ ਦਰਸ਼ਨਾਂ ਨੂੰ ਆਉਂਦਾ ਮੈਂ ਅੱਧਾ ਪਾਗਲ ਹੁੰਦਾ ਸੀਗਾ। ਔਰ ਅਗਸਤ ਦੇ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਗਰਮੀ ਹੁੰਦੀ ਹੈ। ਹਜ਼ੂਰ ਨੇ ਬਾਤ ਮੈਨੂੰ ਦੱਸੀ ਸੀਗੀ ਕਿ ਉਧਰੋਂ ਮਹਾਰਾਜ ਸਾਵਣ ਸਿੰਘ ਜੀ ਖਾਣਾ ਖਾ ਕੇ ਅੰਦਰ ਚਵਾਰੇ 'ਚ ਆਰਾਮ ਕਰਦੇ ਸੀਗੇ ਔਰ ਜੋੜੇ ਤਾਂ ਥੱਲੇ ਲਾ ਗਏ ਮਹਾਰਾਜ ਕਿਰਪਾਲ, ਔਰ ਇਹ ਵੀ ਹਿੰਮਤ ਨਾ ਪਏ ਵੀ ਇਹਨਾਂ ਦੇ ਮੈਂ ਆਰਾਮ ਦੇ ਵਿੱਚ ਫਰਕ ਪਾ ਦੇਵਾਂ ਕਿਤੇ। ਔਰ ਹਜ਼ੂਰ ਸਾਰਾ ਦਿਨ ਬਾਹਰ ਨਹੀਂ ਨਿਕਲੇ, ਉਹ ਨੰਗੇ ਪੈਰੀਂ ਬਾਹਰ ਹੀ ਖੜੇ ਰਹੇ ਔਰ ਸ਼ਾਮ ਨੂੰ ਮਹਾਰਾਜ 5-6 ਵਜੇ ਕਿਤੇ ਬਾਹਰ ਨਿਕਲੇ, ਉਦੋਂ ਦਰਸ਼ਨ ਕੀਤੇ। ਔਰ ਮੇਰੇ ਨਾਲ ਮੇਰੇ ਸਤਿਗੁਰੂ ਨੇ ਇਸ ਤਰ੍ਹਾਂ ਦਾ ਪਿਆਰ ਕੀਤਾ ਜਿਸ ਤਰ੍ਹਾਂ 40 ਦਿਨ ਦੇ ਬੱਚੇ ਨਾਲ ਕਰਦੇ ਹੈ ਔਰ ਮੈਨੂੰ ਜੱਫੀ ਪਾਉਂਦੇ, ਬੁੱਕਲ 'ਚ ਬਿਠਾ ਲੈਂਦੇ ਔਰ ਮੈਂ ਵੀ ਉਹਨਾਂ ਦੀ ਬੁੱਕਲ ਦੇ ਵਿੱਚ ਬੈਠ ਕੇ ਇੱਕ 40 ਦਿਨ ਦੇ ਬੱਚੇ ਜੈਸੇ ਸਮਝਦਾ ਸੀਗਾ। ਪਿਆਰੇ ਕਿਰਪਾਲ ਨੇ ਮੈਨੂੰ ਨਾਮਦਾਨ ਪ੍ਰਾਪਤ ਹੋਣ ਤੋਂ ਪਹਿਲਾਂ ਵੀ ਕਦੇ ਥੱਲੇ ਨਹੀਂ ਬੈਠਣ ਦਿੱਤਾ ਸੀਗਾ, ਆਪਦੇ ਬਰਾਬਰ ਬਿਠਾਇਆ ਸੀਗਾ। ਮੈਂ ਹਜ਼ੂਰ ਦੇ ਅੱਗੇ ਬੇਨਤੀ ਕੀਤੀ ਇੱਕ ਦਿਨ, ਮੈਂ ਕਿਹਾ ਸੱਚੇ ਪਾਤਸ਼ਾਹ ਨਜ਼ਾਰਾ ਤਾਂ ਲੋਕ ਲੈ ਜਾਂਦੇ ਆ, ਮੈਂ ਰਹਿ ਜਾਂਦਾ ਤੇਰੇ ਬਰਾਬਰ ਬੈਠਾ ਹੀ। ਤੋ ਹਜ਼ੂਰ ਕਹਿਣ ਲੱਗੇ ਕੋਈ ਨਹੀਂ। ਮੈਂ ਬੇਨਤੀ ਕੀਤੀ, ਮੈਂ ਕਿਹਾ ਤੁਸੀਂ ਸਤਸੰਗ ਕਰਦੇ ਕਰਦੇ ਮੇਰੇ ਕੰਨੀ ਐ ਜ਼ਰੂਰ ਝਾਕਿਆ ਕਰੋ। ਔਰ ਜੇ ਹਜ਼ੂਰ ਨਾ ਝਾਕਦੇ ਤੇ ਮੈਂ ਇਸ ਤਰ੍ਹਾਂ ਬੈਠਾ ਬਰਾਬਰ ਉਹਨਾਂ ਦੀ ਬਾਂਹ ਫੜ ਕੇ ਕਹਿੰਦਾ ਮੇਰੇ ਕੰਨੀ ਝਾਕੋ। ਹਜ਼ੂਰ ਫਿਰ ਹੱਸ ਪੈਂਦੇ, ਬੜੀ ਦਇਆ ਕਰਦੇ ਉਸ ਵਕਤ। ਮੈਂ ਆਮ ਲੋਕਾਂ ਨੂੰ ਕਹਿੰਦਾ ਹੁੰਦਾ ਸੀ ਅਕਸਰ ਸੋਹਣੇ ਹੋਣ ਜਗਤ ਵਿੱਚ ਇਹਦੀ ਸ਼ਕਲ ਨਿਆਰੀ ਹੈ। ਮੈਂ ਕਹਿੰਦਾ ਹੁੰਦਾ ਸੀਗਾ ਦੁਨੀਆ 'ਚ ਸੋਹਣੇ ਤਾਂ ਸ਼ਾਇਦ ਹੋ ਸਕਦੇ ਹੋਣ ਪਰ ਮੇਰੇ ਗੁਰੂ ਜੈਸਾ ਕੋਈ ਸੋਹਣਾ ਨਹੀਂ ਦੁਨੀਆ 'ਚ। ਔਰ ਮੈਂ ਇਹ ਵੀ ਕਹਿੰਦਾ ਹੁੰਦਾ ਸੀ ਮੇਰੇ ਕਿਰਪਾਲ ਦਾ ਕੋਈ ਸਰੂਪ ਦੇਖੇ ਹੋ ਜਾਏ ਹੂਰ ਪਰੰਦਰੀ, ਕਿ ਮੇਰੇ ਕੋਈ ਕਿਰਪਾਲ ਦਾ ਅਗਰ ਸਰੂਪ ਦੇਖ ਲਵੇ ਤੇ ਉਹ ਹੂਰਾਂ ਕੰਨੀ ਵੀ ਨਾ ਚਾਕੇ। ਔਰ ਗੁਰੂ ਨਾਨਕ ਵੀ ਕਹਿੰਦਾ ਹੈ ਕਿ ਜੋ ਸੁਖ ਦਰਸ਼ਨ ਪੇਖਤੇ ਸੇ ਮੁਖ ਸੇ ਕਿਹਾ ਨਾ ਜਾਏ। ਜੋ ਸੁਖ ਦਰਸ਼ਨਾਂ ਦਾ ਗੁਰੂ ਨਾਨਕ ਸਾਹਿਬ ਕਹਿੰਦੇ ਮਿਲਦਾ ਹੈ ਉਹ ਮੁਖ ਤੋਂ ਕਹਿ ਨਹੀਂ ਸਕਦੇ ਸੀ। ਹਜ਼ਰਤ ਬਾਹੂ ਕਹਿੰਦਾ ਹੈ ਇਹ ਤਨ ਮੇਰਾ ਚਸ਼ਮਾ ਹੋਵੇ ਮੈਂ ਮੁਰਸ਼ਿਦ ਦੇਖ ਨਾ ਰੱਜਾਂ, ਤੋ ਲੂੰ ਲੂੰ ਦੇ ਮੁੱਢ ਲੱਖ ਲੱਖ ਚਸ਼ਮਾ ਇੱਕ ਖੋਲਾਂ ਇੱਕ ਕੱਜਾਂ। ਕਹਿੰਦਾ ਇੰਨੀ ਅੱਖ ਨਾਲ ਵੀ ਲਜਤ ਨਹੀਂ ਹੁੰਦੀ ਕਿ ਜਿੰਨੇ ਸਰੀਰ ਦੇ ਰੋਮ ਹੈ ਇੰਨੀਆਂ ਅੱਖਾਂ ਹੋ ਜਾਣ। ਕਹਿੰਦਾ ਇੱਕ ਨੂੰ ਮੈਂ ਖੋਲ ਲਵਾਂ, ਇੱਕ ਨੂੰ ਲੁਕੋ ਲਵਾਂ, ਇੱਕ ਨੂੰ ਖੋਲ ਲਵਾਂ, ਇੱਕ ਦੇ ਵਿੱਚ ਉਹਨੂੰ ਬੰਦ ਕਰ ਲਵਾਂ। ਇਤਨਾ ਡਿੱਠਿਆ ਸਬਰ ਨਾ ਆਵੇ ਮੈਂ ਹੋਰ ਕਿਤੇ ਵੱਲ ਭੱਜਾਂ। ਕਹਿੰਦਾ ਇੰਨੀਆਂ ਅੱਖਾਂ ਹੋਣ ਦੇ ਨਾਲ ਫਿਰ ਵੀ ਸਬਰ ਨਹੀਂ, ਫਿਰ ਹੋਰ ਕਿਸੇ ਪਾਸੇ ਵੀ ਭੱਜ ਕੇ ਦਰਸ਼ਨ ਕਰਾਂ ਭਲਾ ਜੇ ਪਾਸੇ ਦੀ ਹੋ ਜਾਣ ਤਾਂ। ਮੁਰਸ਼ਿਦਾ ਦੀ ਦਾਰ ਬਾਹੂ ਮੈਨੂੰ ਲੱਖ ਕਰੋੜਾਂ ਹੱਜਾਂ। ਤੋ ਦਰਸ਼ਨਾਂ ਦੀ ਮਹਿਮਾ ਕੀ ਬਿਆਨ ਕਰ ਸਕਦੇ ਹਾਂ। ਸੰਤਾਂ ਨੂੰ ਦੂਰ ਔਰ ਨੇੜੇ ਦਾ ਕੋਈ ਵੀ ਫਰਕ ਨਹੀਂ ਪੈਂਦਾ ਗਾ। ਜੋ ਵੀ ਉਹਨਾਂ ਨੂੰ ਪਿਆਰ ਨਾਲ ਯਾਦ ਕਰਦੇ ਆ ਉਹ ਉਹਨਾਂ ਦੇ ਪਾਸ ਹੀ ਹੁੰਦੇ ਆ। ਕਬੀਰ ਸਾਹਿਬ ਕਹਿੰਦੇ ਲਾਖ ਕੋਸ ਪਰ ਗੁਰੂ ਵਸੇ ਦੀਜੇ ਸੁਰਤ ਪਠਾਏ, ਸ਼ਬਦ ਤੁਰੀ ਅਸਵਾਰ ਹੋਏ ਛਿਨ ਆਵੇ ਤਨ ਜਾਏ। ਅਗਰ ਲੱਖਾਂ ਕੋਹਾਂ ਤੇ ਵੀ ਵਸਦਾ ਹੋਵੇ ਤਾਂ ਸੁਰਤ ਨੂੰ ਤੁਸੀਂ ਉਹਨਾਂ ਦੇ ਨਾਲ ਜੋੜ ਦਿਓ ਔਰ ਆਤਮਾ ਨੂੰ ਸ਼ਬਦ ਤੇ ਸਵਾਰ ਕਰਕੇ ਉਹਨਾਂ ਦੇ ਤੇ ਤੁਸੀਂ ਜਦੋਂ ਵੀ ਇੱਕ ਅੱਖ ਮੀਚੋ ਉਹਨਾਂ ਦੇ ਪਾਸ ਅੱਖ ਖੋਲੋ ਤਾਂ ਆਪਣੇ ਘਰ ਤੋ ਕਪਟ ਸੁਨੇਹੀ ਆਂਗਣੇ ਜਾਣ ਸਮੁੰਦਰੋਂ ਪਾਰ। ਅਗਰ ਅਸੀਂ ਉਹਨੂੰ ਯਾਦ ਨਹੀਂ ਕਰਦੇ ਭਾਵੇਂ ਉਹ ਸਾਡੇ ਅੰਗਣ ਦੇ ਵਿੱਚ ਵੀ ਕਿਉਂ ਨਹੀਂ ਵਸਦੇ, ਫਿਰ ਵੀ ਐ ਹੁੰਦੇ ਆ ਜਿਵੇਂ ਸਮੁੰਦਰ ਤੋਂ ਵੀ ਪਰੇ ਹੁੰਦੇ ਆ। ਔਰ ਸਤਸੰਗੀਆਂ ਨੂੰ ਆਪਸਰੀ ਵਿੱਚ ਬਹੁਤ ਪਿਆਰ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਕਾਲ ਦਾ ਹੋਰ ਤਾਂ ਕੋਈ ਸਤਸੰਗੀਆਂ ਤੇ ਜ਼ੋਰ ਨਹੀਂ ਚੱਲਦਾ ਹੁੰਦਾ, ਉਹ ਆਪਸਰੀ ਵਿੱਚ ਸਾਡਾ ਪਿਆਰ ਦੂਰ ਕਰਦਾ ਹੈ। ਔਰ ਕੁਛ ਅਰਸਾ ਹੀ ਅਸੀਂ ਇਸ ਕਾਲ ਦੇ ਜਾਲ ਦੇ ਵਿੱਚ ਹੈ। ਹਜ਼ੂਰ ਦਇਆ ਕਰਕੇ ਸਾਨੂੰ ਆਪਣੇ ਘਰੇ ਲੈ ਜਾਵੇਗਾ, ਉੱਥੇ ਮਨ ਨਹੀਂਗਾ, ਉਹ ਪਿਆਰ ਦੀ ਦੁਨੀਆ ਹੈ। ਔਰ ਫਿਰ ਅਸੀਂ ਉੱਥੇ ਬੈਠ ਕੇ ਕਿਤੇ ਯਾਦ ਕਰਿਆ ਕਰਾਂਗੇ ਵੀ ਇੱਕ ਐਸਾ ਵੀ ਰਾਜ ਸੀ ਜਿਹਦੇ ਵਿੱਚ ਅਸੀਂ ਗਏ ਔਰ ਇੱਕ ਦੂਸਰੇ ਨਾਲ ਦੁਸ਼ਮਣੀ ਕਰਦੇ ਹੁੰਦੇ ਸੀਗੇ।
हाँ महाराज जी, महाराज कृपाल अक्सर ये कहा करते थे कि जो जिन लोगों को गुरु प्राप्त हुआ है वो लोग निगूरे आदमियों से कई दर्जे बेहतर हैं, क्योंकि ना सिर्फ वो रूहानियत का फायदा उठाते हैं बल्कि दुनियादारी के अंदर भी उनको काफी फायदा होता है अगर उनका गुरु है तो। लेकिन ये देखा गया कि कई सत्संगियों को ना तो उनकी दुनियावी हालत ठीक है, ना ही वो रूहानियत के अंदर कहीं पहुंचे। तो क्या आप इसे समझाएंगे और बताएंगे कि गुरु होने का दुनियादारी के मामले में क्या फायदा है? हाँ भाई, सब संत यही दसदे गए है ਕਿ ਨਗੋਰੇ ਦਾ ਦਰਸ਼ਨ ਅੱਛਾ ਨਹੀਂਗਾ। ਹਿੰਦੂ ਸ਼ਾਸਤਰਾਂ ਦੇ ਵਿੱਚ ਨਗੋਰੇ ਦੇ ਹੱਥ ਦਾ ਪਾਣੀ ਸ਼ਰਾਬ ਤੋਂ ਕਿਹਾ ਗਿਆ ਹੈ। ਕਬੀਰ ਸਾਹਿਬ ਕਹਿੰਦੇ ਆ, ਨਗੋਰਾ ਨਾ ਮਿਲੇ ਪਾਪੀ ਮਿਲੇ ਹਜ਼ਾਰ, ਇੱਕ ਨਗੋਰੇ ਦੀ ਪਿੱਠ ਪਰ ਲੱਖ ਪਾਪਾਂ ਦਾ ਭਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਗੁਰ ਮੰਤਰ ਹੀਣ ਸਿਆਣੀ ਤਿਰਗੰਤ ਜਨਮ ਭੈ ਰਿਸ਼ਟਣਾ, ਊਕਰੈ ਸੂਕਰੈ ਗਰਦਵੈ ਖਲ ਤੁਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ, ज्यों नगुरा सिमरन करे दिन में कई एक वार, बेस्या सती होना चाहे ते कौन करे प्रतार। कबीर साहब कहते हैं, गुरबिन माला फेर दे गुरबिन दिंदे दान, गुरबिन दान हराम है जय पुछो बेद प्राण। मेरा काफी महात्मा दा ਤੁਹਾਨੂੰ ਮਿਸਾਲ ਦੇਣ ਦਾ ਮਤਲਬ ਇਤਨਾ ਹੀ ਹੈ ਕਿ ਜੋ ਕੁਝ ਸਾਡੇ ਪਰਮ ਪਿਤਾ ਕਿਰਪਾਲ ਕਹਿੰਦੇ ਸਨ ਉਹ ਸਭ ਸੰਤ ਹੀ ਸੰਤਾਂ ਦਾ ਸੰਦੇਸ਼ ਹੀ ਦੇ ਰਹੇ ਸਨ। ਹੁਣ ਆਓ ਸਵਾਲ ਦੀ ਅਸਲੀਅਤ ਕਰੀਏ ਕਿ ਜਿਨ੍ਹਾਂ ਨੂੰ ਗੁਰੂ ਮਿਲ ਜਾਂਦਾ ਹੈ ਉਹਨਾਂ ਦੀ ਦੁਨੀਆਦਾਰੀ ਵੀ ਬਣ ਜਾਂਦੀ ਹੈ ਔਰ ਪਰਮਾਰਥ ਵੀ ਬਣ ਜਾਂਦਾ। ਕੁਝ ਸਤਸੰਗੀ ਐਸੇ ਹੁੰਦੇ ਆ ਕਿ ਜਿਨ੍ਹਾਂ ਦੀ ਦੁਨੀਆਦਾਰੀ ਵੀ ਨਹੀਂ ਬਣਦੀ, ਪਰਮਾਰਥ ਵੀ ਨਹੀਂ ਬਣਦਾ। ਜਿਹੜੇ ਆਦਮੀ ਕਾਮਯਾਬ ਨਹੀਂ ਹੁੰਦੇ ਸਤਸੰਗੀ, ਉਹਨਾਂ ਦੇ ਆਪਣੇ ਅੰਦਰ ਕਈ ਕਿਸਮ ਦੀਆਂ ਘਾਟਾਂ ਹੁੰਦੀਆਂ ਜਿਹੜੀਆਂ ਕਿ ਉਹ ਕੱਢਣਾ ਨਹੀਂ ਚਾਹੁੰਦੇ ਔਰ ਕੱਢ ਨਹੀਂ ਸਕਦੇ। ਉਹ ਆਲਸੀ ਹੁੰਦੇ ਹੈ, ਦਲਿਦਰੀ ਹੁੰਦੇ ਹੈ। ਜੋ ਗੁਰੂ ਕਹਿੰਦਾ ਹੈ ਉਸ ਦੇ ਉੱਤੇ ਨਾ ਉਹਨਾਂ ਨੂੰ ਇਤਬਾਰ ਹੁੰਦਾ, ਨਾ ਉਸ ਤੇ ਉਹ ਚੱਲਦੇ। ਕਈ ਸਤਸੰਗੀ ਜਿਹੜੇ ਕਾਮਯਾਬ ਹੁੰਦੇ ਹੈ ਉਹਨਾਂ ਦੇ ਅੰਦਰ ਭਰੋਸਾ, ਪਿਆਰ, ਉਦਮ ਕਮਾਲ ਦਾ ਹੁੰਦਾ ਹੈ। ਮਹਾਰਾਜ ਕਿਰਪਾਲ ਸਿੰਘ ਕਹਿੰਦੇ ਹੁੰਦੇ ਸੀਗੇ ਕਿ ਕਈ ਆਦਮੀ ਦੇਖਾ ਦੇਖੀ ਸਤਸੰਗੀ ਬਣਦੇ ਹੈ, ਕਈ ਆਦਮੀ ਦਿਲੋਂ ਪਿਆਰ ਮੁਹੱਬਤ ਨਾਲ ਸਤਸੰਗੀ ਬਣਦੇ ਹੈ, ਕਈ ਆਦਮੀ ਮਾਨ ਵਡਿਆਈ ਕਰਕੇ ਸਤਸੰਗੀ ਬਣਦੇ ਹੈ। ਕਈ ਆਦਮੀ ਇਸ ਤਰ੍ਹਾਂ ਵੇਖਦੇ ਹੈ ਕਿ ਇਸ ਆਦਮੀ ਨੇ ਜਦ ਦਾ ਨਾਮ ਲਿਆ ਹੈ ਇਹਦੀ ਆਰਥਿਕ ਹਾਲਤ ਵੀ ਚੰਗੀ ਹੈ, ਲੋਕ ਇਹਦੀ ਵਡਿਆਈ ਕਰਦੇ ਹੈ, ਸ਼ੋਭਾ ਕਰਦੇ ਹੈ, ਮੈਂ ਵੀ ਸਤਸੰਗੀ ਬਣ ਜਾਵਾਂ। ਲੇਕਿਨ ਉਸ ਸਤਸੰਗੀ ਵਰਗੇ ਉਹ ਗੁਣ ਧਾਰਨ ਨਹੀਂ ਕਰਦਾ ਗਾ। ਕਬੀਰ ਸਾਹਿਬ ਗਰੀਬ ਫੈਮਿਲੀ ਦੇ ਵਿੱਚ ਪੈਦਾ ਹੋਏ ਸਨ। ਨਾਮ ਦੇ ਪ੍ਰਤਾਪ ਕਰਕੇ ਉਸ ਦੇ ਕਈ ਰਾਜੇ ਮਹਾਰਾਜੇ ਸੇਵਕ ਬਣੇ। ਉਹਦੇ ਗਮਾਂਡੀ ਨੂੰ ਜਲਨ ਹੋਈ ਕਿ ਜਿਹੜਾ ਵੀ ਆਉਂਦਾ ਹੈ ਉਹੀ ਧੰਨ ਕਬੀਰ ਕਰਦਾ ਜਾਂਦਾ ਹੈ। ਇਹਦੇ ਕੋਲੇ ਐਸੀ ਕਿਹੜਾ ਜਾਦੂ ਹੈ ਜਿਹਦੇ ਨਾਲ ਲੋਕ ਇਸ ਨੂੰ ਇਤਨਾ ਅੱਛਾ ਸਮਝਦੇ ਹੈ। ਇਹਦੇ ਕੋਲੇ ਖਾਣ ਨੂੰ ਰੋਟੀ ਨਹੀਂ, ਬਲਕਿ ਕਈ ਦਫਾ ਲੋਕਾਂ ਨੂੰ ਦਾਣੇ ਚੱਬ ਕੇ ਹੀ ਚਣਿਆਂ ਦੇ ਪੈਣਾ ਪੈਂਦਾ ਹੈ ਔਰ ਪੈਣ ਨੂੰ ਇਹ ਖਾਟ ਵੀ ਨਹੀਂ ਦਿੰਦਾ ਗਾ, ਲੋਕਾਂ ਨੂੰ ਪੁੰਜੇ ਪੈਣਾ ਪੈਂਦਾ ਹੈ। ਇੱਕ ਦਿਨ ਇਸੇ 605 ਦੇ ਅੰਦਰ ਆ ਕੇ ਕਬੀਰ ਸਾਹਿਬ ਦੇ ਕੋਲੇ ਸਵਾਲ ਕੀਤਾ ਕਿ ਭਰਾਵਾ, ਮੈਨੂੰ ਇੱਕ ਚੀਜ਼ ਰੋਜ਼ ਪਰੇਸ਼ਾਨ ਕਰਦੀ ਹੈ। ਸਵਾਲ ਉਹ ਇਹ ਹੈ ਕਿ ਤੈਨੂੰ ਲੋਕ ਧੰਨ ਕਬੀਰ ਕਿਉਂ ਕਹਿੰਦੇ ਹੈ? ਤੇਰੇ ਕੋਲੇ ਮੇਰੇ ਨਾਲੋਂ ਧਨ ਜ਼ਿਆਦੇ ਨੀ ਗਾ ਔਰ ਮੇਰੇ ਕੋਲੇ ਸਭ ਕੁਝ ਦਿੱਤਾ ਹੋਇਆ ਹੈ, ਲੇਕਿਨ ਮੈਂ ਬੇਚੈਨ ਰਹਿਣਾ ਹੈ, ਮੇਰੇ ਮਨ ਨੂੰ ਸ਼ਾਂਤੀ ਨਹੀਂ, ਮੇਰੀ ਫੈਮਿਲੀ ਨੂੰ ਕੋਈ ਸ਼ਾਂਤੀ ਨਹੀਂ। ਕਬੀਰ ਸਾਹਿਬ ਉਹਨੂੰ ਕਹਿੰਦਾ, ਆ ਵੀ ਭਰਾਵਾ, ਜੋ ਮੇਰੇ ਕੋਲ ਮੰਤਰ ਹੈ ਉਹ ਮੈਂ ਤੈਨੂੰ ਦੱਸ ਦਿੰਨਾ ਹੈ। ਕਬੀਰ ਸਾਹਿਬ ਦੀ ਜੋ ਸੇਵਾਦਾਰ ਸੀ ਮਾਤਾ ਲੋਈ, ਜਦ ਕਬੀਰ ਸਾਹਿਬ ਘਰੇ ਆਏ ਉਹ ਹੱਥ ਜੋੜ ਕੇ ਖੜੀ ਹੋ ਗਈ, ਕਿਉਂਕਿ ਉਹਨਾਂ ਦਾ ਘਰ ਵਿੱਚ ਪਿਆਰ ਸੀ, ਮੁਹੱਬਤ ਸੀ ਕਿ ਆਓ ਜੀ, ਬੜਾ ਦਿਨ ਚੜਿਆ ਹੈ, ਅੱਜ ਤਾਂ ਪ੍ਰਕਾਸ਼ ਹੁੰਦਾ ਹੁੰਦਾ ਹੈ, ਤੁਹਾਨੂੰ ਦੇਖ ਕੇ ਦਿਲ ਗਦਗਦ ਹੋ ਗਿਆ ਹੈ। ਉਹ ਕਹਿਣ ਲੱਗਿਆ, ਦੇਖ ਲੋਈ, ਬੜੀ ਦੂਰ ਇੱਕ ਜੋਹੜ ਹੈ, ਛੱਪੜ, ਉੱਥੋਂ ਮਿੱਟੀ ਲਿਆ ਔਰ ਉਸ ਮਿੱਟੀ ਨੂੰ ਬਿਲਕੁਲ ਬਰੀਕ ਗੋ ਕੇ ਘਿਓ ਦੇ ਵਿੱਚ
ਫਿਰ ਉਹਦਾ ਦੀਵਾ ਬਣਾ ਕੇ ਘਿਓ ਦੇ ਨਾਲ ਭਰ ਕੇ ਉਸੇ ਜੋੜ ਦੇ ਵਿੱਚ ਜਾ ਕੇ ਜਗਾਇਆ ਹੋਣਾ ਹੈ। ਲੋਈ ਸ਼ਬਦ ਵੀ ਬੋਲਦੀ ਜਾਂਦੀ ਹੈ, ਮਿੱਟੀ ਵੀ ਲੈਣ ਜਾਂਦੀ ਹੈ, ਔਰ ਮਿੱਟੀ ਲਿਆਂਦੀ ਹੈ, ਸ਼ਬਦ ਬੋਲਦੀ ਹੈ, ਘਿਓ ਵਿੱਚ ਗੋਇਆ ਔਰ ਦੀਵਾ ਉੱਥੇ ਘਿਓ ਦਾ ਜਲਾ ਕੇ ਆ ਕੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ, ਸਵਾਮੀ ਜੀ ਹੋਰ ਕੀ ਹੁਕਮ ਹੈ। ਉਹ ਕਹਿਣ ਲੱਗੇ ਬਸ ਭਜਨ ਸਿਮਰਨ ਕਰੋ। ਉਸ ਪ੍ਰੇਮੀ ਨੂੰ ਕਹਿਣ ਲੱਗੇ ਜਿਹਦੇ ਸਵਾਲ ਸੀ ਕਿ ਦੇਖ ਬਈ ਸਾਡੇ ਕੋਲੇ ਤਾਂ ਆਹ ਹੀ ਕੁਛ ਹੈ। ਹੁਣ ਇਹ ਦੇਖਣ 'ਚ ਤਾਂ ਬੜੀ ਛੋਟੀ ਜੀ ਗੱਲ ਸੀ। ਉਹ ਕਹਿਣ ਲੱਗਿਆ ਕਿ ਇਹ ਕਿਹੜੀ ਮੁਸ਼ਕਿਲ ਹੈ, ਮੈਂ ਹੁਣ ਜਾ ਕੇ ਘਰੇ ਕਰ ਲੈਣਾ ਹੈ। ਜਦ ਉਹ ਘਰੇ ਗਿਆ, ਉਹਦੇ ਘਰ ਵਾਲੀ ਜਾਂਦੇ ਨੂੰ ਉਹਦੇ ਗਲ ਪੈ ਗਈ, ਕਹਿਣ ਲੱਗੀ ਕਿੱਧਰੋਂ ਆਇਆ ਧੱਕੇ ਖਾਂਦਾ, ਸਾਰਾ ਦਿਨ ਤੈਨੂੰ ਕੋਈ ਘਰ ਦੀ ਹੋਸ਼ ਨੀ ਗੀ, ਬਾਹਰ ਹੀ ਭੱਜਿਆ ਫਿਰਦਾ ਹੈ, ਕਦੇ ਸਿਨੇਮਿਆਂ 'ਚ ਫਿਰਦਾ ਹੈ, ਕਦੇ ਕਿਧਰੇ ਫਿਰਦਾ ਹੈ। ਹੁਣ ਤੁਹਾਨੂੰ ਪਤਾ ਹੀ ਹੈ ਕਿ ਜਿਸ ਘਰ ਦੇ ਵਿੱਚ ਖਟਪਟੀ ਹੈ, ਰਾਜਸਥਾਨ ਦੀ ਕਹਾਵਤ ਹੈ, ਜੈ ਕਰ ਘੜਾ ਕਲਾ ਕਲੇਸ਼ ਨਸੈ, ਤੈ ਕਰ ਘੜਿਓ ਪਾਣੀ ਨਸੈ। ਕਹਿੰਦੇ ਉੱਥੇ ਪਾਣੀ ਵੀ ਘੜੇ 'ਚ ਨਹੀਂ ਰਹਿੰਦਾ ਗਾ। ਇਸ ਵਾਸਤੇ ਉਹ ਕਹਿਣ ਲੱਗਿਆ ਗੱਲ ਸੁਣ, ਉਹ ਫਲਾਣੇ ਜੋੜੇ ਦੇ ਵਿੱਚ ਜਾ, ਉੱਥੋਂ ਮਿੱਟੀ ਲਿਆ। ਉਹ ਕਹਿਣ ਲੱਗੀ ਮੇਰੇ ਤੇ ਹੁਕਮ ਚਲਾਉਣਾ ਹੈ, ਤੂੰ ਜਾ ਕੇ ਲੈ ਆ ਮਿੱਟੀ। ਉਸਨੇ ਫੜ ਕੇ ਔਰਤ ਦੇ 2-4 ਥੱਪੜ ਲਾ ਦਿੱਤੇ। ਉਹਨੂੰ ਮਾਰੀ ਦੀ ਨੂੰ ਵਿਚਾਰੀ ਨੂੰ ਜਾਣਾ ਪਿਆ, ਗਾਲਾਂ ਵੀ ਕੱਢਦੀ ਜਾਂਦੀ ਹੈ। ਘਰੇ ਆ ਕੇ ਉਹਦੇ ਪੈਰਾਂ 'ਚ ਬੱਠਲ ਮਿੱਟੀ ਦਾ ਸਿੱਟ ਦਿੱਤਾ, ਕਹਿਣ ਲੱਗੀ ਆ ਮਾਤਲਾ ਸਿਰ ਦੇ ਵਿੱਚ ਪਿਆ ਹੈ। ਆਖਰ ਉਹ ਕਹਿਣ ਲੱਗਿਆ ਕਿ ਤੂੰ ਇਸ ਨੂੰ ਅੱਛੀ ਤਰ੍ਹਾਂ ਬਰੀਕ ਕੁੱਟ, ਫਿਰ ਇਹਨੂੰ ਘਿਓ ਦੇ ਵਿੱਚ ਗੋ ਕੇ ਦੀਵਾ ਕਰਕੇ ਉੱਥੇ ਰੱਖਿਆ ਘਿਓ ਦਾ। ਉਸਨੇ ਰੌਲਾ ਪਾ ਦਿੱਤਾ ਵੇ ਲੋਕੋ ਆ ਕੇ ਬਚਾਓ, ਮੇਰੇ ਪਤੀ ਨੂੰ ਤਾਂ ਭੂਤ ਚਿੰਬੜ ਗਿਆ ਹੈ, ਇਹ ਤਾਂ ਬੌਲਾ ਹੋ ਗਿਆ ਹੈ, ਪਾਗਲ ਹੋ ਗਿਆ ਹੈ। ਰੌਲਾ ਪਾਉਣ ਤੇ ਗਵਾਂਢੀ ਆ ਗਏ। ਹੁਣ ਜਦ ਗਵਾਂਢੀ ਆ ਗਏ, ਉਹਨੇ ਮਾਰੇ ਸ਼ਰਮ ਦੇ ਨੇ ਦੰਦ ਘੁੱਟ ਲਏ। ਉਹ ਕਾਜੀ ਨੂੰ ਸੱਦ ਕੇ ਲਿਆਏ, ਮੌਲਵੀ ਨੂੰ, ਕਿ ਜੀ ਭੂਤ ਦੀ ਛਾਇਆ ਹੈ। ਰੌਲਾ ਸੁਣ ਕੇ ਕਬੀਰ ਸਾਹਿਬ ਵੀ ਆ ਗਏ, ਉਹਨਾਂ ਨੂੰ ਸਾਰੀ ਕਹਾਣੀ ਦਾ ਪਤਾ ਸੀਗਾ। ਉਹਨਾਂ ਨੇ ਮੌਲਵੀ ਸਾਹਿਬ ਨੂੰ ਕਿਹਾ ਕਿ ਦੇਖੋ ਬਈ ਤੁਸੀਂ ਸਾਰੇ ਚਲੇ ਜਾਓ, ਇਹ ਤਾਂ ਸਾਡਾ ਮਾਮਲਾ ਹੈ, ਅਸੀਂ ਇਸ ਪ੍ਰੇਤ ਨੂੰ ਅੰਦਰੋਂ ਕੱਢ ਦੇਵਾਂਗੇ। ਉਸ ਨੂੰ ਕਹਿਣ ਲੱਗੇ ਦੇਖ ਵੀ ਭਰਾਵਾ, ਪਹਿਲਾਂ ਆਪਣਾ ਆਪ ਕੁਛ ਕਰਨਾ ਪੈਂਦਾ ਹੈ, ਫੇਰ ਹੀ ਪਰਿਵਾਰ ਠੀਕ ਹੁੰਦਾ ਹੈ। ਮਹਾਰਾਜ ਸਾਵਣ ਸਿੰਘ ਵੀ ਕਹਿੰਦੇ ਹੁੰਦੇ ਸੀ ਜਿਹਨੇ ਘਰ ਨੂੰ ਸੁਧਾਰਨਾ ਹੈ ਉਹ ਪਹਿਲਾਂ ਆਪ ਸੁਧਰੇ। ਸੋ ਗੁਰੂ ਮਤ ਨੂੰ ਸਮਝਣਾ ਹੈ, ਗੁਰੂ ਮਤ ਦੇ ਉੱਤੇ ਚੱਲਣਾ ਹੈ। ਸਾਨੂੰ ਆਪਣੇ ਕਰਮਾਂ ਦੇ ਉੱਤੇ ਨਿਰਭਰ ਰਹਿਣਾ ਚਾਹੀਦਾ ਹੈ। ਜ਼ਿੰਦਗੀ ਦੇ ਅੰਦਰ ਫਾयदे भी ਹੁੰਦੇ ਹੈ, नुकसान भी ਹੁੰਦੇ है। हाँ भाई। महाराज जी, आपके भजन तेरे प्रेम बावरी गीता में ये कहा गया है कि जे को प्रेम कमाना चाहे पहला शीश में पेट चढ़ावे। क्या आप उसको और समझाएंगे? हाँ भाई, सब संतां ने ਪ੍ਰੇਮੀਆਂ ਨੂੰ ਇਹੀ ਸੰਦੇਸ਼ ਦਿੱਤਾ ਹੈ। ਗੁਰੂ ਨਾਨਕ ਨੇ ਕਿਹਾ ਜੇ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਤੇ ਸਿਰ ਦੀਜੈ ਕਾਣ ਨ ਕੀਜੈ। ਮੁਸਲਮਾਨ ਫਕੀਰਾਂ ਨੇ ਇਸ ਨੂੰ ਉਸਤਰੇ ਦੀ ਧਾਰ ਉੱਤੇ ਚੱਲਣ ਕਿਹਾ ਹੈ, ਔਰ ਸਿੱਖ ਗੁਰੂਆਂ ਨੇ ਖੰਡੇ ਦੀ ਧਾਰ ਉੱਤੇ ਚੱਲਣ ਦੇ ਮੁਤਾਬਕ ਕਿਹਾ ਹੈ ਗੁਰੂ ਮਤ। ਕਿਉਂਕਿ ਆਮ ਤੌਰ ਦੇ ਉੱਤੇ ਅਸੀਂ ਭਗਤੀ ਕਰਦੇ ਹਾਂ, ਬਹੁਤ ਆਦਮੀ ਆਸਾ ਰੱਖ ਕੇ ਭਗਤੀ ਕਰਦੇ ਹੈ। ਕੋਈ ਕਹਿੰਦਾ ਮੇਰਾ ਬੱਚਾ ਰਾਜੀ ਹੋਵੇ, ਕੋਈ ਕਹਿੰਦਾ ਮੈਂ ਇਮਤਿਹਾਨ ਦੇ ਵਿੱਚ ਪਾਸ ਹੋਵਾਂ, ਕੋਈ ਕਹਿੰਦਾ ਹੈ ਮੇਰੀ ਔਲਾਦ ਨੇਕ ਬਣੇ, ਕੋਈ ਕਹਿੰਦਾ ਮੇਰੇ ਧਨ ਪਦਾਰਥ ਜ਼ਿਆਦੇ ਆਵੇ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਕੀ ਉਹ ਗੁਰੂ ਦੀ ਭਗਤੀ ਕਰਦਾ ਹੈ ਜਾਂ ਸਮਾਨ ਦੀ ਭਗਤੀ ਕਰਦਾ ਹੈ। ਕੀ ਐਸੇ ਆਦਮੀ ਉਸਤਰੇ ਦੀ ਧਾਰ ਤੇ ਤੁਰ ਸਕਦੇ ਹੈ? ਇੱਕ ਮਹਾਤਮਾ ਨੇ ਕਿਹਾ ਕੋਈ ਦੁੱਧ ਮੰਗੇ, ਕੋਈ ਪੁੱਤ ਮੰਗੇ, ਆਸ਼ਕ ਮੰਗਦਾ ਨਿਤ ਦਿਦਾਰ ਤੇਰਾ। ਜਿਹੜੇ ਉਹਦੇ ਆਸ਼ਿਕ ਹਨ, ਗੁਰੂ ਭਗਤ ਹੁੰਦੇ ਹੈ, ਉਹ ਗੁਰੂ ਨੂੰ ਹੀ ਗੁਰੂ ਤੋਂ ਮੰਗਦੇ ਹਨ। ਮਹਾਰਾਜ ਕਿਰਪਾਲ ਸਿੰਘ ਕਿਸੇ ਵਕਤ ਕੁਛ ਆਪਣੀ ਰਿਹਾਇਸ਼ ਵਾਸਤੇ ਜ਼ਮੀਨ ਦੇਖਣ ਵਾਸਤੇ ਦੇਹਰਾਦੂਨ ਦੀ ਤਰਫ ਗਏ। ਮਹਾਰਾਜ ਸਾਵਣ ਸਿੰਘ ਨੂੰ ਉਹਨਾਂ ਦੇ ਪਿਆਰੇ ਗੁਰੂ ਨੂੰ ਪਤਾ ਲੱਗਿਆ ਕਿ ਇਹ ਜ਼ਮੀਨ ਦੇਖਦਾ ਫਿਰਦਾ ਹੈ। ਉਹ ਕਹਿਣ ਲੱਗੇ ਦੇਖ ਵੀ ਕਿਰਪਾਲ ਸਿੰਘ, ਮੈਂ ਤੈਨੂੰ ਇਹ ਜ਼ਮੀਨ ਦੇਣੀ ਹੈ। ਆਪਦੀ ਗੱਦੀ ਕੰਨੀ ਹੱਥ ਕਰਕੇ ਕਹਿਣ ਲੱਗੇ ਤੈਨੂੰ ਕਿਸੇ ਜਗ੍ਹਾ ਤਲਾਸ਼ ਕਰਨ ਦੀ ਕੀ ਲੋੜ ਹੈ। ਉਹਨਾਂ ਦੇ ਜਾਣ ਤੋਂ ਬਾਅਦ ਇਸ ਤਰ੍ਹਾਂ ਦੇ ਹਾਲਾਤ ਹੋਏ ਕਿ ਉਹਨਾਂ ਨੂੰ ਉਸ ਡੇਰੇ ਦੇ ਵਿੱਚ ਖੁਦ ਆਪਣਾ ਬਣਾਇਆ ਮਕਾਨ ਵੀ
ਛੱਡਣਾ ਪਿਆ, ਲੇਕਿਨ ਉਹਨਾਂ ਨੇ ਕਿਸੇ ਦੀ ਵਿਰੋਧਤਾ ਨਹੀਂ ਕੀਤੀ ਔਰ ਕਿਸੇ ਦੇ ਨਾਲ ਗੁੱਸਾ ਨਹੀਂ ਕਿਸੇ ਨੂੰ ਦਿਖਾਇਆ ਕਿ ਬਈ ਗੱਦੀ ਦਾ ਹੱਕ ਮੇਰਾ ਸੀਗਾ, ਮੈਂ ਬੈਠਣਾ ਹੈ, ਮੈਂ ਇਸ ਦਾ ਮਾਲਕ ਹਾਂ, ਬਲਕਿ ਆਪਣਾ ਬਣਿਆ ਮਕਾਨ ਵੀ ਛੱਡਿਆ ਹੈ। ਕੀ ਤੁਸੀਂ ਦੇਖ ਸਕਦੇ ਹੋ, ਸੋਚ ਸਕਦੇ ਹੋ, ਅਗਰ ਸਾਡੇ ਉੱਤੇ ਅਸੀਂ ਵਰਤੇ ਕਿ ਅਸੀਂ ਇਸ ਸਬਰ ਦਾ ਪਿਆਲਾ ਪੀ ਸਕਦੇ ਹਾਂ। ਮਹਾਰਾਜ ਕਿਰਪਾਲ ਦੇ ਚੋਲਾ ਛੱਡਣ ਵੇਲੇ ਬਹੁਤ ਪ੍ਰੇਮੀਆਂ ਨੂੰ, ਉਹਨਾਂ ਦੇ ਨਾਮ ਲੇਵਾ ਨੂੰ ਪਤਾ ਹੀ ਹੈ ਕਿਤਨੀਆਂ ਪਾਰਟੀਆਂ ਬਣੀਆਂ, ਕਿਤਨੇ ਲੋਕ ਕੋਰਟ ਦੇ ਅੰਦਰ ਗਏ, ਲੇਕਿਨ ਇਸ ਗਰੀਬ ਅਜੈਬ ਨੂੰ ਖੁਦ ਹੀ ਉਹ ਘਰੇ ਦੇਣ ਵਾਸਤੇ 300 ਮੀਲ ਚੱਲ ਕੇ ਆਇਆ। ਜਦ ਉਹਨਾਂ ਨੇ ਇਹ ਗੱਲ ਕਹੀ ਕਿ ਤੂੰ ਉੱਥੇ ਜਾ ਕੇ ਆਸ਼ਰਮ ਸਾਂਭ, ਮੈਂ ਕਿਹਾ ਮੈਂ ਸਾਰੀ ਜ਼ਿੰਦਗੀ ਤੁਹਾਡੀ ਯਾਦ ਵਿੱਚ ਬੈਠਾ ਰਿਹਾ ਔਰ ਅੱਜ ਜਦ ਮਿਲਦੇ ਹੋ तो मैनू इट्टां और पत्थर बख्श रहे हो कि ये मेरे सिर विच मारनियां हन। मेरे घर अंदर कई लख हिट पई सी, मैं क्या आ पईयां हन, मैं की करनियां हन, मैनू तू चाहिदा है। मैनू बहुत लोग उस पार्टी दे अंदर उस झगड़ियां दे अंदर खिच हटे, लेकिन मैं नहीं गया, बल्कि इत्थों तक कि 6 महीने किसी नू पता ही नहीं लगन दिता कि मैं कित्थे हां कित्थे नहीं। इस वास्ते तुसीं देख सकदे हो कि अगर साडे नाल ऐसी कोई गुजरे की असीं इस दे उत्ते सबर कर सकते हैं। फिर मैं दसदा हुंदा है कि किस तरह मेरे पिछले पिंड दे अंदर कम से कम 50-50 मील च नेड़े एडा वड्डा मकान नहीं सीगा जितना मैं बनाया होया सीगा, और 50 किले उस दे विच जमीन सीगी। जद महाराज कृपाल ने ये कहा, अच्छा बई मैं तेरे मकान ते खुश हैं, तेरी जायदाद ते खुश हैं। तीसरी मंजिल ते चढ़ के उन्होंने देखा सब कुछ, लेकिन कहन लगे मेरे खड़िया खड़िया इस मकान नू छड़ जा, डंगर जेड़े है लोकां दीयां लड़कियां नू तू छड़ जा, बर्तन लोकां नू तकसीम कर दिते। हुण तुसीं सोच सकदे हो अगर किसी दा घर लटावे कोई गुरु की वो शिश जर सकदा है, किन्ना जरना औखा है। अगर की साडे ते ऐसा कोई इम्तिहान आ जावे कि ਅਸੀਂ ਇਸ ਨੂੰ ਪੂਰਾ ਕਰ ਦਿਆਂਗੇ ਕਿ ਇਹ ਸਿਰ ਦੇਣ ਤੋਂ ਘੱਟ ਹੈ। ਉਹਨਾਂ ਦੇ ਹੁਕਮ ਮੁਤਾਬਕ ਹੀ ਮੈਂ ਇੱਥੇ 16 PS ਵਿੱਚ ਆ ਕੇ ਆਪਣਾ ਅਭਿਆਸ ਸ਼ੁਰੂ ਕੀਤਾ ਸੀਗਾ। ਔਰ ਇਸੇ ਤਰ੍ਹਾਂ ਭਗਤ ਨਾਮਦੇਵ ਜੀ ਬੜੀ ਗਰੀਬੀ ਹਾਲਤ ਵਿੱਚ ਗੁਜ਼ਰ ਰਿਹਾ ਸੀਗਾ, ਕੁਝ ਛਾਲਾਂ ਰੰਗ ਕੇ ਆਪਣਾ ਗੁਜ਼ਾਰਾ ਕਰ ਰਿਹਾ ਸੀਗਾ। ਕਈ ਦਫਾ ਉਹਨਾਂ ਨੇ ਬਾਹਰ ਜਾਣਾ, ਭਜਨ 'ਚ ਬੈਠ ਜਾਣਾ, ਕੱਪੜੇ ਨਾ ਵੇਚ ਕੇ ਆਉਣੇ, ਘਰਦਿਆਂ ਨੇ ਕਲੇਸ਼ करना। एक दिन उन्होंने पत्नी कहन लगी कि तुसी काम क्यों नहीं करते, बच्चे की खाणगे, आपां की खावांगे। उन्हें बड़ा समझाया कि जो आदमी गुरु दा हो जाता है उहदा सब कुछ ही गुरु करता है, क्योंकि वो अंदर जांदा सी, वो उस राज नूं समझदा सीगा। वो कहन लगी तू आधार सुधार ही दे आया कर। कहन लग्या आधार सुधार देने हैं तो मैं हुण दे आऊंगा। भगत नामदेव जी ने आपदी गठड़ी कपड़ियां दी चक्की बाहर गया, पत्थर पे सी उन्हां दे उत्ते पाया आ, एक पत्थर नूं चुक लिया। वो कहन लगी घरवाली कि कपड़े दे आए। वो कहंदे हाँ तुसीं कहा सी आधार सुधार दे आओ, मैं दे आया है। वो कहन लगे कोई लिखत पढ़त भी कीती है, आधार तां दे आए हो। वो कहन लग्या हाँ मैं जामन ले आया साथ, 7 दिनों का करार किया है। भगत नामदेव जी ने ख्याल किया कि हुण 7 दिन तो मैनू नाक आएगी जे वो अंदर अपने गुरुदेव दे नाल जुड़े और बाहर टट्टी पिशाब नूं आए और होर दुनियावी कम वास्ते बाहर बिल्कुल नहीं आएगे। हुण तुसीं जाणदे हो कि जो आदमी अंदर गुरु दे पास जांदा है, गुरु बेइनसाफ नहीं गा, उसनूं पता है कि इसनूं किस चीज की जरूरत है। वो जिहड़ा पत्थर सी वो सोने का हो गया। जब 7 दिनों तो बाहर ना निकलिया, घरवाली अंदर गई, कहने लगी तू पैसे लिया और केड़ा जामन है उस दे कोले तू जा। वो कहने लगा जामन मेरे पास ही है। जब वो कट के फड़ाउण लग्या पत्थर, लेकिन वो सोने का होया पिया सीगा। उन्होंने कहन लग्या देखो थोड़े जिन्हों के कपड़े सन उन्ना तुसी रख लो,
बाकी रहन दिओ। हुण तुहानूं पता ही है ਅਸੀਂ ਦੁਨੀਆਦਾਰ ਕਿਸ ਤਰ੍ਹਾਂ ਸਬਰ ਕਰ ਸਕਦੇ ਹਾਂ, ਔਰ ਭਗਤਾਂ ਦੇ ਸਬਰ ਦੀ ਤੁਸੀਂ ਦੇਖ ਹੀ ਸਕਦੇ ਹੋ। ਸੋ ਇਸ ਨੂੰ ਇਸੇ ਨੂੰ ਹੀ ਖੰਡੇ ਦੀ ਧਾਰ ਕਿਹਾ ਹੈ, ਇਸੇ ਨੂੰ ਉਸਰੇ ਦੀ ਧਾਰ ਕਿਹਾ ਹੈ। ਭਗਤ ਨਾਮਦੇਵ ਜੀ ਪਿੰਡ ਘੁਮਾਣ, ਜਿੱਥੇ ਬਾਬਾ ਜੈਮਲ ਸਿੰਘ ਜੀ ਪੈਦਾ ਹੋਏ, ਕਾਫੀ ਜ਼ਿੰਦਗੀ ਦਾ ਹਿੱਸਾ ਉਹਨਾਂ ਨੇ ਉੱਥੇ ਬਤੀਤ ਕੀਤਾ ਸੀ। ਉਹਦੇ ਗੁਰੂਦੇਵ ਨੇ, ਪਰਮਾਤਮਾ ਨੇ ਭਗਤ ਨਾਮਦੇਵ ਇੱਕ ਅੱਛੇ ਮਿਸਤਰੀ ਦਾ ਰੂਪ ਧਾਰ ਕੇ ਭਗਤ ਨਾਮਦੇਵ ਦਾ ਘਰ ਵੀ ਬਣਾਇਆ ਸੀਗਾ। ਜਦ ਉਹਦਾ ਅੱਛਾ ਘਰ ਬਣਿਆ ਤਾਂ ਗਵਾਂਢਣ ਪੁੱਛਣ ਲੱਗੀ, ਪਾੜ ਪੜੋਸਣ ਪੂਛ ਲੈ ਨਾਮਾ, ਕਹਿ ਪਹਿਚਾਨ ਛਬਾਈ ਹੋ, ਦੋ ਪੈ ਦੁਗਣੀ ਮਜ਼ਦੂਰੀ ਦੇਵਾਂ, ਮੋਕੋ ਬੇਡੀ ਦੇ ਬਤਾਈ ਹੋ। ਉਹ ਕਹਿਣ ਲੱਗਿਆ, ਬੇਡੀ ਪ੍ਰੀਤ ਮਜ਼ਦੂਰੀ ਮੰਗੈ, ਜੇ ਕੋਈ ਸ਼ਾਨ ਛਵਾਵੈ ਹੋ, ਲੋਕ ਕੁਟੁੰਬ ਸਵੈ ਤੇ ਤੋੜੈ, ਤੋ ਆਪਣ ਬੇਡੀ ਆਵੈ ਹੋ। ਕਹਿਣ ਲੱਗਿਆ, ਦੇਖ। ਉਹ ਪੁੱਛਣ ਲੱਗੀ, ਤੂੰ ਕੀ ਤੋਂ ਛੰਨ ਇਹ ਮਕਾਨ ਬਣਾਇਆ ਹੈ, ਮੈਂ ਤੈਥੋਂ ਦੁਗਣੀ ਮਜ਼ਦੂਰੀ ਦੇ ਦੇਵਾਂ। ਉਹ ਕਿੰਨੀ ਕੁ ਮਜ਼ਦੂਰੀ ਲਏਗਾ, ਮੈਂ ਦੁਗਣੀ ਦੇ ਸਕਦੀ ਹੈ। ਉਹ ਕਹਿਣ ਲੱਗਿਆ, ਦੇਖ, ਉਹ ਤਾਂ ਇੱਕ ਪਿਆਰ ਹੀ ਮੰਗਦਾ ਹੈ, ਹੋਰ ਕੋਈ ਮਜ਼ਦੂਰੀ ਨਹੀਂ ਮੰਗਦਾਗਾ। ਬਸ ਇਹ ਹੀ ਹੈ, ਲੋਕਾਂ ਨਾਲੋਂ ਤੋੜ ਦਿੰਦਾ, ਕੁਟੁੰਬ ਨਾਲੋਂ ਵੀ ਅਲੱਗ ਕਰ ਦਿੰਦਾ ਹੈ, ਫਿਰ ਬਗੈਰ ਬੁਲਾਇਆ ਹੀ ਉਹ ਘਰੇ ਆ ਜਾਂਦਾ ਹੈ। ਮੈਂ ਜਿਤਨੇ ਭਜਨ ਲਿਖੇ ਹੈ ਕਿਸੇ ਮਾਨ ਵਡਿਆਈ ਕਰਕੇ ਨਹੀਂ ਲਿਖੇ ਗਏ, ਕੋਈ ਜ਼ਿਆਦਾ ਬੁੱਧੀਮਾਨੀ ਕਰਕੇ ਨਹੀਂ ਲਿਖੇ ਗਏ। ਮੈਂ ਉਹਨਾਂ ਨੂੰ ਆਪਣੇ ਉੱਪਰ ਢਾਲਿਆ ਹੈ। ਮੈਨੂੰ ਮੇਰੇ ਗੁਰੂ ਦਾ ਇਸ਼ਕ ਸੀ, ਪਿਆਰ ਸੀ। ਮੈਂ ਉਹਨਾਂ ਲਫ਼ਜ਼ਾਂ ਦੇ ਜ਼ਰੀਏ ਆਪਣੇ ਗੁਰੂ ਦਾ ਪਿਆਰ, ਇਸ਼ਕ ਜ਼ਾਹਰ ਕੀਤਾ ਹੈ ਕਿ ਉਹ ਸਾਨੂੰ ਕੀ ਦੇਣਾ ਚਾਹੁੰਦਾ। ਸ਼ਿਸ਼ ਦੇ ਹੱਥ ਗੁਰੂ ਲੱਗ ਜਾਂਦਾ ਹੈ, ਉਹ ਅੰਦਰ ਆਪਣਾ ਘਰ ਬਣਾ ਲੈਂਦਾ ਹੈ। ਸ਼ਿਸ਼ ਆਪ ਨਹੀਂ ਬੋਲਦਾ, ਉਹਨੂੰ ਗੁਰੂ ਹੀ ਬੁਲਾਉਂਦਾ ਹੈ। ਮੈਂ ਇੱਕ ਸ਼ਬਦ ਦੇ ਅੰਦਰ ਆਪਣਾ ਆਭਾਰ ਪ੍ਰਗਟ ਕੀਤਾ ਹੈ। ਮੈਨੂੰ ਦੁੱਖ ਆਸ਼ਕੀ ਦਾ ਕਿਹਾ, ਦੁੱਖ ਆਸ਼ਕਾਂ ਦਾ, ਆਸ਼ਕਾਂ ਦੇ ਤਾਂ ਹੀ ਅੱਗੇ ਆਖਿਆ ਪਕਾਰ ਕੇ, ਆਸ਼ਕੀ ਬਗੈਰ ਕਿੱਸਾ ਬਣਦਾ ਨਹੀਂ ਆਸ਼ਕਾਂ ਦਾ, ਬੋਲਿਆ ਜੇ ਝੂਠ ਤੁਸੀਂ ਦੇਖਣਾ ਵਿਚਾਰ ਕੇ। ਇਸ਼ਕ ਚਿਤਰਾਈ ਨਾਲ ਰੋਮਦੇ ਨੇ, ਨਹੀਂ ਤਾਂ ਬੈਠ ਜਾਂਦੇ ਨੇ ਚੁੱਪ ਮਨ ਮਾਰ ਕੇ। ਸਭ ਕੋਈ ਆਪਣੇ ਸੁਣਾਵੇ ਦੁੱਖ ਜੈਬ ਸਿੰਘ, ਕਿਸੇ ਨੂੰ ਕੋਈ ਖਾਸ ਦੁੱਖ ਕਹੇ ਸੰਸਾਰ ਕੇ। ਮੈਂ ਦੱਸਦਾ ਹੁੰਦਾ, ਪ੍ਰੇਮੀ ਪ੍ਰੇਮੀ ਸਾਰੇ ਕਹਿੰਦੇ, ਸਾਰੇ ਪ੍ਰੇਮੀ ਗੱਪੀ, ਪ੍ਰੇਮੀ ਲੋਕ ਸਮੁੰਦਰ ਟੱਪਦੇ, ਸਾਥੋਂ ਜਾਂਦੀ ਆੜ ਨਾ ਟੱਪੀ। ਪ੍ਰੇਮ ਜਿਹੜਾ ਹੈ, ਪ੍ਰੇਮੀ ਜਿਹੜਾ ਹੈ, ਉਹ ਪ੍ਰੇਮ ਦੇ ਪਰਾਂ ਦੇ ਉੱਤੇ ਚੜ੍ਹ ਕੇ 1 ਸਕਿੰਟ ਤੋਂ ਪਹਿਲਾਂ ਹੀ ਉਹ 7 ਸਮੁੰਦਰ ਟੱਪ ਜਾਂਦਾ ਹੈ, ਆਪਦੇ ਸੇਵਕਾਂ ਦੀ ਸੰਭਾਲ ਕਰਦਾ ਹੈ। ਪ੍ਰੇਮੀ ਉਹੀ ਹੈ, ਅੱਖ ਬੰਦ ਕਰੀ ਮਾਲਕ ਨਾਲ ਜੁੜ ਗਿਆ, ਖੋਲੀ ਤੇ ਦੁਨੀਆ ਨਾਲ ਹੈ। ਉਹ ਕਬੀਰ ਸਾਹਿਬ ਨੇ ਕਿਹਾ ਹੈ, ਗੁਰੂ ਵਸੇ ਬਨਾਰਸੀ, ਸਿਸ਼ ਸਮੁੰਦਰ ਤੀਰ, ਇੱਕ ਪਲ ਵਿਸਰੇ ਨਾਹੀ, ਜੇ ਗੁਣ ਹੋਏ ਸਰੀਰ। ਇਸ ਵਿਸ਼ੇ ਤੇ ਕਹਿਣ ਨੂੰ ਹੋਰ ਵੀ ਬਹੁਤ ਕੁਛ ਹੈ, ਜਿਹੜਾ ਕਿ ਕਈ ਦਿਨ ਨਹੀਂ ਮੁੱਕ ਸਕਦਾਗਾ, ਲੇਕਿਨ ਟਾਈਮ ਹੋ ਗਿਆ। मुझे अफसोस है कि बहुत प्रेमियों के सवाल लिखे लिखाए रह गए, फिर टाइम दिता जाएगा। ओ मन मूरख अब तो जाग, ओ मन मूरख अब तो जाग, 100 काम छोड़ सत्संग में जाना, 1000 काम छोड़ बंदे ध्यान लगाना, जितनी जरूरत तन को खाने की, आत्मा में मांगे सिमरन खाना। 100 काम छोड़ सत्संग में जाना, 1000 काम छोड़ बंदे ध्यान लगाना, जितनी जरूरत तन को खाने की, आत्मा भी मांगे सिमरन खाना। वाक जैब याद रख किरपाल का, खाली ठोकरें अब तो जाग, ओ मन मूरख अब तो जाग, ओ मन मूरख अब तो जाग।
ਪਰਮ ਪਿਤਾ ਪਰਮਾਤਮਾ ਸਾਵਣ ਕਿਰਪਾਲ ਦੇ ਚਰਨਾਂ ਦੇ ਵਿੱਚ ਨਮਸਕਾਰ ਹੈ, ਜਿਨ੍ਹਾਂ ਨੇ ਗਰੀਬ ਆਤਮਾ ਤੇ ਰਹਿਮ ਕਰਕੇ ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਮੇਰੀ ਸਦਾ ਹੀ ਉਸ ਪਰਮਾਤਮਾ ਕਿਰਪਾਲ ਦੇ ਚਰਨਾਂ ਵਿੱਚ ਅਰਦਾਸ ਰਹੀ ਹੈ। ਉਹ ਕਿਰਪਾਲ, ਉਹ ਸ਼ਬਦ ਰੂਪ ਜੋ ਕਣ ਕਣ ਦੇ ਵਿੱਚ ਵਿਆਪਕ ਹੈ। ਜਦ ਸਰੀਰ ਕਰਕੇ ਮੈਨੂੰ ਨਹੀਂ ਮਿਲਿਆ ਸੀਗਾ, ਤਦ ਵੀ ਇਹੀ ਅਰਦਾਸ ਸੀ ਕਿ ਜਿਹਨੂੰ ਪਰਮਾਤਮਾ ਕਹਿੰਦੇ ਹੈ, ਸਭ ਦੀ ਸੰਭਾਲ ਵਾਲਾ ਕਹਿੰਦੇ ਹੈ, ਸੰਭਾਲ ਕਰਨ ਵਾਲਾ ਕਹਿੰਦੇ ਹੈ, ਅਗਰ ਕਿਤੇ ਹੈ ਤੂੰ ਮੈਨੂੰ ਮਿਲ। ਮੇਰਾ ਦੁਨੀਆ ਦੇ ਕਿਸੇ ਕਰਮ ਧਰਮ ਦੇ ਵਿੱਚ ਯਕੀਨ ਨਹੀਂ ਰਿਹਾ। हे ਪਰਮਾਤਮਾ ਕਿਰਪਾਲ, ਤੂੰ ਮੈਨੂੰ ਆਪਣਾ ਨਾਮ ਬਖਸ਼ ਦੇ, ਉਹ ਨਾਮ ਜਿਹੜਾ ਪਾਪੀਆਂ ਨੂੰ ਪੁੰਨੀ ਬਣਾਉਂਦਾ ਹੈ, ਜਿਹੜਾ ਪਾਪੀਆਂ ਨੂੰ ਤਾਰਦਾ ਹੈ, ਉਹ ਨਾਮ ਜਿਹੜਾ ਕਣ ਕਣ ਦੇ ਵਿੱਚ ਵਿਆਪਕ ਹੈ। ਬੇਨਤੀ ਔਰ ਅਰਦਾਸ ਦੇ ਵਿੱਚ ਬੜੀ ਭਾਰੀ ਸ਼ਕਤੀ ਹੁੰਦੀ ਹੈ। ਅਗਰ ਸੱਚੇ ਦਿਲੋਂ ਸਿੱਖ ਬੇਨਤੀ ਕਰੇ, ਪੁਕਾਰ ਕਰੇ, ਉਹ ਦਰਗਾਹ ਦੇ ਵਿੱਚ ਜ਼ਰੂਰ ਉਸ ਦਾ ਗੁਰੂ ਸੁਣਦਾ ਹੈ। ਲੇਕਿਨ ਜਿਹੜੀ ਪੁਕਾਰ ਹੈ, ਜਿਹੜੀ ਅਰਦਾਸ ਹੈ, ਇਹ ਉੱਚੀ ਸੁੱਚੀ ਹੋਣੀ ਚਾਹੀਦੀ ਹੈ। ਗੁਰੂ ਤੋਂ ਗੁਰੂ ਨੂੰ ਹੀ ਸਿੱਖ ਮੰਗਦਾ ਹੈ। ਉਹਦੇ ਵਿੱਚ ਹਉਮੈ ਹੰਕਾਰ ਦੀ ਲੇਸ ਨਹੀਂ ਹੁੰਦੀ ਗੀ। ਉਹ ਜਿਹੜੀ ਅਰਦਾਸ ਹੈ ਗੁਰੂ ਸੁਣਦਾ ਹੈ, ਉਹ ਆਤਮਾ ਦੇ ਵਿੱਚੋਂ ਅਰਦਾਸ ਨਿਕਲਦੀ ਹੈ। ਸੱਚਾ ਜਿਹੜਾ ਸਿੱਖ ਹੈ, ਉਹ ਕਦੇ ਵੀ ਆਪ ਦੇ ਧਨ ਦੌਲਤ ਦਾ ਮਾਣ ਨਹੀਂ ਕਰਦਾਗਾ, ਇਲਮ ਜਾਂ ਹੁਨਰ ਦਾ ਮਾਣ ਨਹੀਂ ਕਰਦਾਗਾ। ਉਹ ਆਪਣੇ ਆਪ ਨੂੰ ਆਪਣੇ ਗੁਰੂ ਦੇ ਅੱਗੇ ਨਮਾਣਾ ਨਤਾਣਾ ਆਜਿਜ਼ ਹੋ ਕੇ ਰਹਿੰਦਾ ਹੈ। ਉਹਦਾ ਦਾਸਾਂ ਦਾ ਵੀ ਦਾਸ ਬਣ ਕੇ ਰਹਿੰਦਾ ਹੈ। ਗੁਰੂ ਦਾ ਸੱਚਾ ਸਿੱਖ ਕਦੇ ਵੀ ਆਪਦੇ ਗੁਣਾਂ ਕੰਨੀ ਨਹੀਂ ਵਹਿੰਦਾ, ਨਾ ਆਪਦੇ ਗੁਣਾਂ ਦੀ ਨਮਾਇਸ਼ ਕਰਦਾ ਹੈ, ਬਲਕਿ ਉਹ ਆਪਦੇ ਔਗਣਾਂ ਦੀ ਤਰਫ ਦੇਖਦਾ ਹੈ। ਸੱਚੇ ਸਿੱਖ ਦੀ ਨਿਗਾਹ ਤਬਦੀਲ ਹੋ ਜਾਂਦੀ ਹੈ। ਉਹ ਦੁਨੀਆ ਦੀਆਂ ਕਮਜ਼ੋਰੀਆਂ ਨਹੀਂ ਦੇਖਦਾ, ਆਪ ਦੀਆਂ ਕਮਜ਼ੋਰੀਆਂ ਦੇਖਦਾ ਹੈ, ਔਰ ਉਹ ਕਮਜ਼ੋਰੀਆਂ ਦੂਰ ਕਰਨ ਵਾਸਤੇ ਆਪਣੇ ਗੁਰੂ ਦੇ ਅੱਗੇ ਸੱਚੇ ਦਿਲੋਂ ਫਰਿਆਦ ਕਰਦਾ ਹੈ, ਰਜੋਈ ਕਰਦਾ ਹੈ। ਜਿਵੇਂ ਇੱਕ ਮਰੀਜ਼ ਡਾਕਟਰ ਦੇ ਅੱਗੇ ਆਪਣੀ ਬਿਹਤਰੀ ਵਾਸਤੇ ਫਰਿਆਦ ਕਰਦਾ ਹੈ, ਇਸੇ ਤਰ੍ਹਾਂ ਸੱਚਾ ਸਿੱਖ ਵੀ ਆਪਣੇ ਗੁਰੂ ਅੱਗੇ ਫਰਿਆਦ ਕਰਦਾ ਹੈ ਕਿ ਮੈਂ ਪਾਪੀ ਹਾਂ, ਤੂੰ ਪਾਪ ਖੰਡਨ ਹੈ, ਮੈਂ ਅਵਗੁਣਾਂ ਦਾ ਭਰਿਆ ਹੋਇਆ ਹੈ, ਤੂੰ ਅਵਗੁਣਾਂ ਨੂੰ ਮਾਫ ਕਰਨ ਵਾਲਾ ਹੈ, ਮੈਂ ਬੰਧਨਾਂ ਦੇ ਵਿੱਚ ਬੱਧਾ ਹੋਇਆ ਹੈ, ਤੂੰ ਮੁਕਤ ਕਰਨ ਵਾਲਾ ਹੈ, ਬੰਧਨ ਤੋੜਨ ਵਾਲਾ ਹੈ। हे ਪਿਆਰੇ ਸਤਿਗੁਰੂ, ਜੇ ਅਸੀਂ ਪਾਪਾਂ ਦੇ ਪਹਾੜ ਇਕੱਠੇ ਨਾ ਕਰਦੇ, ਤੂੰ ਕਿਹਨੂੰ ਬਖਸ਼ਦਾ, ਤੈਨੂੰ ਬਖਸ਼ਣਹਾਰ ਕੌਣ ਕਹਿੰਦਾ। ਤੋ ਸੱਚਾ ਸਿੱਖ ਸਦਾ ਹੀ ਆਪਦੇ ਗੁਰੂ ਦੇ ਅੱਗੇ ਨਿਮਰ ਹੋ ਕੇ ਰਹਿੰਦਾ ਹੈ, ਆਜਿਜ਼ ਹੋ ਕੇ ਰਹਿੰਦਾ ਹੈ। ਉਹਨੂੰ ਪਤਾ ਹੈ ਕਿ ਮੇਰਾ ਗੁਰੂ ਜਿਹੜਾ ਹੈ ਉਹ ਕਰਨ ਕਾਰਨ ਹੈ, ਸਮਰੱਥ ਹੈ, ਔਰ ਉਹ ਦੀਨਾਂ ਦਾ ਦਿਆਲ ਹੈ। ਇਸ ਵਾਸਤੇ ਉਹ ਕਹਿੰਦਾ ਹੈ, ਜਦੋਂ ਤੂੰ ਦੀਨਾਂ ਤੇ ਦਿਆਲ ਹੈ ਤੇ ਮੇਰੇ ਜਿੰਨਾ ਦੀਨ ਹੋਰ ਕੌਣ ਹੈ। ਸੋ ਤੁਹਾਡੇ ਅੱਗੇ ਛੋਟਾ ਜਿਹਾ ਸ਼ਬਦ ਕਬੀਰ ਸਾਹਿਬ ਦਾ ਰੱਖਿਆ ਜਾਂਦਾ ਹੈ, ਗੌਰ ਨਾਲ ਸੁਣਨ ਵਾਲਾ ਹੈ। ਕਬੀਰ ਸਾਹਿਬ ਕੀ ਬਾਣੀ ਨੰਬਰ 17, ਸੰਤਾਂ ਦੀ ਬਾਣੀ ਪੰਨਾ ਨੰਬਰ 175। ਪ੍ਰੀਤ ਲਗੀ ਤੁਮ ਨਾਮ ਕੀ, ਪਾਲ ਬਿਸਰੈ ਨਾਹੀ। ਪ੍ਰੀਤ ਲਗੀ ਤੁਮ ਨਾਮ ਕੀ, ਪਾਲ ਬਿਸਰੈ ਨਾਹੀ। ਆਪ ਪਿਆਰ ਨਾਲ ਕਹਿੰਦੇ ਆ ਕਬੀਰ ਸਾਹਿਬ, ਬਿਰੇ ਆਤਮਾ ਦਾ ਸਾਡੇ ਅੱਗੇ ਫੋਟੋ ਖਿੱਚਦੇ ਹੈ ਕਿ ਜਦੋਂ ਕਿਸੇ ਮਰਦ ਦਾ ਕਿਸੇ ਔਰਤ ਨਾਲ ਪਿਆਰ ਹੋਵੇ ਜਾਂ ਕਿਸੇ ਔਰਤ ਦਾ ਵੀ ਮਰਦ ਨਾਲ ਪਿਆਰ ਹੋ ਜਾਵੇ, ਤੁਸੀਂ ਦੇਖ ਲਓ ਜਦ ਤੱਕ ਉਹ ਇੱਕ ਦੂਸਰੇ ਨੂੰ ਨਹੀਂ ਮਿਲਦੇਗੇ, ਉਹਨਾਂ ਦੇ ਤਨ ਦੇ ਵਿੱਚ ਮਨ ਦੇ ਵਿੱਚ ਤੜਫ ਲੱਗੀ ਰਹਿੰਦੀ ਹੈ। ਜਦ ਉਹ ਇੱਕ ਦੂਸਰੇ ਨਾਲ ਮਿਲ ਲੈਂਦੇ ਹੈ, ਚਾਰ ਅੱਖਾਂ ਕਰ ਲੈਂਦੇ ਹੈ,
ਫੇਰ ਹੀ ਉਹਨਾਂ ਦੇ ਤਨ ਔਰ ਮਨ ਨੂੰ ਸ਼ਾਂਤੀ ਆਉਂਦੀ ਹੈ। ਜਦ ਦੁਨੀਆ ਦੇ ਪਿਆਰ ਦੀ ਇਹ ਹਾਲਤ ਹੈ, ਹਾਲਾਂਕਿ ਇਹ ਦੁਨਿਆਵੀ ਪਿਆਰ ਦੇ ਵਿੱਚ ਸਾਡੇ ਉਹ ਆਰਜੀ ਸ਼ਾਂਤੀ ਹੁੰਦੀ ਹੈ, ਆਰਜੀ ਸਾਨੂੰ ਸਬਰ ਮਹਿਸੂਸ ਹੁੰਦਾ ਹੈ, ਲੇਕਿਨ ਉਸ ਤੋਂ ਦੂਣੀ ਅੱਗ ਭੜਕਦੀ ਹੈ। ਕਿਉਂਕਿ ਦੁਨਿਆਵੀ ਪਿਆਰ ਦੇ ਵਿੱਚ ਨਾ ਅੱਜ ਤਾਈਂ ਕਿਸੇ ਨੂੰ ਸ਼ਾਂਤੀ ਮਿਲੀ ਹੈ, ਨਾ ਮਿਲੀ ਸਕਦੀ ਹੈ। ਜਿੰਨੀਆਂ ਅਸੀਂ ਅਗਨੀ ਦੇ ਉੱਤੇ ਲੱਕੜਾਂ ਜ਼ਿਆਦਾ ਪਾਉਂਦੇ ਹਾਂ, ਉਤਨਾ ਜ਼ਿਆਦਾ ਉਹ ਭਾਂਬੜ ਮਚਦੀ ਹੈ। ਗੁਰੂ ਔਰ ਸਿੱਖ ਦੇ ਪਿਆਰ ਦੇ ਵਿੱਚ ਵੀ ਇਹ ਜਜ਼ਬਾ ਕੰਮ ਕਰਦਾ ਹੈ। ਜਦੋਂ ਸੱਚੀ ਪ੍ਰੀਤ ਸਿੱਖ ਦੇ ਅੰਦਰ ਵੀ ਪੈਦਾ ਹੋ ਜਾਂਦੀ ਹੈ, ਜਦ ਤੱਕ ਉਹ ਆਪਣੇ ਗੁਰੂ ਨਾਲ ਚਾਰ ਅੱਖਾਂ ਕਰ ਨਹੀਂ ਲੈਂਦਾ ਗਾ, ਉਹਨਾਂ ਚਿਕਰ ਉਸ ਨੂੰ ਵੀ ਸ਼ਾਂਤੀ ਨਹੀਂ ਆਉਂਦੀ ਗੀ। ਉਹਦਾ ਵੀ ਤਨ ਤਪਦਾ ਹੈ, ਮਨ ਤਪਦਾ ਹੈ, ਆਤਮਾ ਬਿਰੇ ਦੇ ਵਿੱਚ ਆਪਣੇ ਆਪ ਹੀ ਅੱਖਾਂ ਦੇ ਵਿੱਚੋਂ ਪਾਣੀ ਕੱਢਦੀ ਹੈ। ਪਿਆਰਿਓ, ਜਿਨ੍ਹਾਂ ਸਿੱਖਾਂ ਦੇ ਅੰਦਰ ਸੱਚਾ ਪਿਆਰ ਜਾਗ ਪੈਂਦਾ ਹੈ, ਕਦੇ ਤੁਸੀਂ ਉਹਨਾਂ ਤੋਂ ਬੈਠ ਕੇ ਉਸ ਦੇ ਗੁਰੂ ਦੀਆਂ ਕਹਾਣੀਆਂ ਤਾਂ ਸੁਣ ਕੇ ਦੇਖੋ। ਭਾਵੇਂ ਤੁਸੀਂ ਦਿਨ ਰਾਤ ਬੈਠੇ ਰਹੋ, ਉਹਦੀਆਂ ਕਹਾਣੀਆਂ ਮੁੱਕਦੀਆਂ ਨਹੀਂ, ਉਹਦੇ ਪਿਆਰ ਦੀਆਂ ਗੱਲਾਂ ਮੁੱਕਦੀਆਂ ਨਹੀਂ। ਸੱਚ ਤਾਂ ਇਹ ਹੈ ਕਿ ਜਿੱਥੇ ਉਹਦੇ ਗੁਰੂ ਦੀ ਕੋਈ ਗੱਲ ਨਹੀਂ ਕਰਦਾ ਗਾ, ਉਹਦੇ ਦੋਸਤ ਦੀ ਗੱਲ ਨਹੀਂ ਕਰਦਾ ਗਾ, ਉਹ ਸਭਾ ਨੂੰ ਇਹ ਦੁਰਕਾਰ ਸਮਝਦਾ ਹੈ। ਗੱਲ ਨਾ ਕਰਨ ਯਾਰ ਦੀ ਜਿੱਥੇ, ਉਹ ਸਭਾ ਦੁਰਕਾਰ ਨਹੀਂ। ਤੋ ਕਬੀਰ ਸਾਹਿਬ ਵੀ ਇਹ ਸ਼ਬਦ ਦੇ ਵਿੱਚ ਇੱਕ ਸੱਚੇ ਸਿੱਖ ਦਾ ਫੋਟੋ ਖਿੱਚ ਕੇ ਸਾਡੇ ਅੱਗੇ ਰੱਖਦੇ ਆ, ਦਰਦ ਦੱਸਦੇ ਆ ਕਿ ਸਿੱਖ ਦੇ ਦਿਲ ਵਿੱਚ ਕੀ ਦਰਦ ਹੈ। ਆਪਦੇ ਗੁਰੂ ਅੱਗੇ ਫਰਿਆਦ ਕਰਦਾ ਹੈ ਕਿ ਮੈਨੂੰ ਤੇਰਾ ਜਿਹੜਾ ਨਾਮ ਦਿੱਤਾ ਹੈ, ਮੈਨੂੰ ਜਿਹੜਾ ਸਿਮਰਨ ਦਿੱਤਾ ਹੈ, ਮੇਰੇ ਦਿਲ ਅੰਦਰ ਇਤਨੀ ਪ੍ਰੀਤ ਹੈ, ਇਤਨੀ ਕਸ਼ਿਸ਼ ਹੈ, ਜਦ ਤੱਕ ਮੈਂ ਇਸ ਨੂੰ ਯਾਦ ਨਹੀਂ ਕਰਦਾ ਗਾ, ਮੇਰਾ ਤਨ ਹੈ ਜਿਹੜਾ ਉਹ ਮੁਰਦੇ ਸਮਾਨ ਹੋ ਜਾਂਦਾ ਹੈ। ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਗੀ, ਦੇਹ ਨੂੰ ਚੈਨ ਨਹੀਂ ਆਉਂਦੀ ਗੀ। ਹਜ਼ਰਤ ਬਾਹੂ ਨੇ ਵੀ ਕਿਹਾ ਸੀ, ਰੱਤੀ ਨੀਂਦ ਨਾ ਆਵੇ, ਦੇਹਾਂ ਬਹੁਤ ਹੈਰਾਨੀ ਹੋ। ਸੋ ਇਸ ਵਾਸਤੇ ਜਿੰਨਾ ਚਿਕਰ ਉਹ ਸਿਮਰਨ ਨਹੀਂ ਕਰਦਾ ਗਾ, ਉਹਨਾਂ ਚਿਕਰ ਉਸ ਨੂੰ ਚੈਨ ਨਹੀਂ ਆਉਂਦੀ ਗੀ। ਤੁਸੀਂ ਫਰੀਦ ਸਾਹਿਬ ਦੀ ਬਿਰੇ ਦੀ ਪੀੜ ਹੈ ਜਿਹੜੀ, ਉਸ ਨੂੰ ਤੁਸੀਂ ਸੁਣ ਕੇ ਦੇਖੋ ਕਿ ਕੀ ਕਹਿੰਦੇ ਹੈ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ। ਮੈਂ ਕਿਹਾ ਸਮਝਦਾ ਸਾਂ ਕਿ ਸ਼ਾਇਦ ਗੁਰੂ ਦੇ ਪਿਆਰ ਦਾ ਦਰਦ ਮੈਨੂੰ ਹੀ ਹੈ। ਜਦ ਮੈਂ ਹੋਰਾਂ ਪ੍ਰੇਮੀਆਂ ਨੂੰ ਮਿਲਦਾ ਹੈ, ਫਿਰ ਪਤਾ ਲੱਗਦਾ ਹੈ ਕਿ ਇਹ ਬਿਰੋਂ ਜਿਹਨੂੰ ਵੀ ਉਸਨੇ ਦਿੱਤੀ ਹੈ, ਉਹ ਸਭ ਦੀ ਇਹੀ ਹਾਲਤ ਹੈ। ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਵਾਇਆ ਜਗ। ਉੱਚੇ ਚੜ੍ਹ ਕੇ ਦੇਖਿਆ ਤੇ ਘਰ ਘਰ ਇਹੋ ਅੱਗ। ਜਦ ਮੈਂ ਸਿਮਰਨ ਦੇ ਜਰੀਏ ਨੌ ਦੁਆਰੇ ਖਾਲੀ ਕਰਕੇ ਅੱਖਾਂ ਦੇ ਪਿੱਛੇ ਆ ਕੇ ਆਤਮਾ ਦੇ ਉੱਤੋਂ ਅਸਥੂਲ ਸੂਖਸ਼ਮ ਕਾਰਨ ਤਿੰਨੇ ਪਰਦੇ ਲਾ ਕੇ ਪਾਰ ਬ੍ਰਹਮ ਦੇ ਵਿੱਚ ਪਹੁੰਚਿਆ, ਤਾਂ ਉੱਥੇ ਪਤਾ ਲੱਗਿਆ ਕਿ ਇਹ ਤਾਂ ਅੱਗ ਜਿਹੜੀ ਹੈ ਘਰ ਘਰ ਹੀ ਆਤਮਾ ਨੂੰ ਗੁਰੂ ਲਾ ਦਿੰਦਾ ਹੈ। ਜਿਸ ਨੂੰ ਲਾ ਦਿੰਦਾ ਹੈ ਉਹ ਨਾ ਦਿਨੇ ਚੈਨ ਨਾ ਉਸ ਰਾਤ ਨੂੰ ਨਿੰਦਿਆ ਹੈ। ਗੁਰੂ ਹੀ ਸ਼ਿਸ਼ ਨੂੰ ਪਾਲਦਾ ਹੈ, ਗੁਰੂ ਹੀ ਸ਼ਿਸ਼ ਦੇ ਅੰਦਰ ਬਿਰੋਂ ਦਾ ਬੀਜ ਪਾਉਂਦਾ ਹੈ। ਅੱਜ ਆਪਾਂ ਜਿਸ ਤਰ੍ਹਾਂ ਇੱਕ ਸਪੇਰਾ ਬੀਨ ਵਜਾਉਂਦਾ ਹੈ, ਕਿੱਡਾ ਜਰਹੀਲਾ ਸੱਪ ਹੁੰਦਾ ਹੈ, ਉਹ ਵੀ ਅੱਗੇ ਮੇਲਣ ਲੱਗ ਜਾਂਦਾ ਹੈ। ਇਸੇ ਤਰ੍ਹਾਂ ਪਰਮਾਤਮਾ ਕਿਰਪਾਲ ਨੇ ਅਗਰ ਆਪਣੇ ਅੰਦਰ ਬਿਰੋਂ ਦਾ ਬੀਜ ਬੀਜਿਆ, ਅੱਜ ਆਪਾਂ ਕੀਲੇ ਬੈਠੇ ਹਾਂ, ਕਿੱਥੋਂ ਕਿੱਥੋਂ ਲੋਕ ਆ ਕੇ ਉਹਦੀ ਯਾਦ ਵਿੱਚ ਬੈਠੇ हैं, ਕਿਸ ਤਰ੍ਹਾਂ ਉਹਦੀ ਯਾਦ ਦੇ ਗੁਣ ਗਾ ਰਹੇ हैं। ਇਹ ਸਭ ਕੁਝ ਇਹ ਪਿਆਰ ਦੀ ਦੇਣ ਜਿਹੜੀ ਹੈ ਇਹ ਉਸੇ ਪਰਮਾਤਮਾ ਕਿਰਪਾਲ ਦੀ ਹੈ। ਇਸ ਵਾਸਤੇ ਕਬੀਰ ਸਾਹਿਬ ਲੱਗੇ ਕਹਿੰਦੇ ਹੈ, ਪ੍ਰੀਤ ਲੱਗੀ ਤੁਧ ਨਾਮ ਦੀ ਪਲ ਵਿਸਰੇ ਨਾਹੀ। प्रीत लगी तुम नाम की, पल बिसरे नाही। नजर करो अब मेहर की, मोहे मिलो गोसाई। ਹੁਣ ਸਿੱਖ ਫਰਿਆਦ ਕਰਦਾ ਹੈ ਕਿ ਹੁਣ ਤੂੰ ਮਿਹਰ ਦੀ ਨਜ਼ਰ ਕਰ, ਮੇਰੇ ਦਿਲ ਅੰਦਰ ਪਿਆਸ ਹੈ, ਸਿਰਫ ਤੇਰਾ ਪਿਆਰ ਦਾ ਪਾਣੀ ਹੀ ਇਸ ਪਿਆਸ ਨੂੰ ਬੁਝਾਏਗਾ। नजर करो अब मेहर की, मोहे मिलो गोसाई। बेरे सतावे मोह
जीव तड़पे मेरा। ਹੁਣ ਦਿਲ ਤੜਫਦਾ ਹੈ ਜਿਸ ਤਰ੍ਹਾਂ ਪਿਆਸਾ ਪਾਣੀ ਨੂੰ ਤੜਫਦਾ ਹੈ। ਤੁਸੀਂ ਦੇਖ ਲਓ ਜਦੋਂ ਸੱਚੀ ਤੜਫ ਪੈਦਾ ਹੋ ਜਾਂਦੀ ਹੈ ਕਿ ਐਸਾ ਪ੍ਰੇਮੀ ਭਜਨ ਸਿਮਰਨ ਦੇ ਬਹਾਨੇ ਕਰੇਗਾ ਜੀ ਮੈਥੋਂ ਸਿਮਰਨ ਨਹੀਂ ਹੁੰਦਾਗਾ, ਮੇਰਾ ਸਰੀਰ ਦੁਖਦਾ ਹੈ, ਕਦੇ ਵੀ ਨਹੀਂ ਹੋ ਸਕਦੇ। ਉਹਨੂੰ ਤਾਂ ਤੜਫ ਲੱਗੀ ਹੈ, ਪਿਆਸਾ ਦਾ ਪਾਣੀ ਹੀ ਪਾਣੀ ਪਕਾਰਦਾ ਹੈ। ਉਹ ਕਦੇ ਨਹੀਂ ਪੁੱਛਦਾ ਕਿ ਪਾਣੀ ਹਿੰਦੂਆਂ ਦਾ ਹੈ, ਈਸਾਈਆਂ ਦਾ ਹੈ, ਸਿੱਖਾਂ ਦਾ ਹੈ, ਇਹ ਕੈਸਾ ਹੈ। ਉਹ ਤਾਂ ਕਹਿੰਦਾ ਛੇਤੀ ਪਿਆ। ਇਹੀ ਹਾਲ ਸਿਸ ਔਰ ਗੁਰੂ ਦੀ ਹੈ। ਜੇ ਸਿਸ਼ ਦੇ ਅੰਦਰ ਸੱਚਾ ਪਿਆਰ ਸੱਚੀ ਤੜਫ ਪੈਦਾ ਹੋ ਜਾਂਦੀ ਹੈ ਫਿਰ ਉਹ ਦਿਨ ਰਾਤ ਤੜਫਦਾ ਹੈ ਜਿੰਨਾ ਚਿਰ ਉਹਦੇ ਨਾਲ ਮਿਲਾਪ ਨਹੀਂ ਹੁੰਦਾਗਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਖੋਜਤ ਪਈ ਬੈਰਾਗਣ ਪ੍ਰਭ ਦਰਸ਼ਨ ਕੀ ਹਉ ਫਿਰ ਤਸਾਈ। बेरे सतावे मोह को जीव तड़पे मेरा। तुम देखन की चाहो है प्रभ मिलो सवेरा। ਹੁਣ ਕੋਈ ਸਿੱਖ ਗੁਰੂ ਤੋਂ ਮਾਨ ਵਡਿਆਈ ਨਹੀਂ ਮੰਗਦਾ, ਧਨ ਦੌਲਤ ਨਹੀਂ ਮੰਗਦਾ, ਹਕੂਮਤ ਨਹੀਂ ਮੰਗਦਾਗਾ। ਨਾ ਉਹ ਇਹ ਬੇਨਤੀਆਂ ਕਰਦਾ ਹੈ ਕਿ ਮੇਰੀਆਂ ਬਿਮਾਰੀਆਂ ਦੂਰ ਹੋ ਜਾਣ, ਬੇਰੁਜ਼ਗਾਰੀਆਂ ਦੂਰ ਹੋ ਜਾਣ, ਬਲਕਿ ਦਿਨ ਰਾਤ ਇਹੀ ਫਰਿਆਦ ਕਰਦਾ ਹੈ ਮੈਂ ਸਿਰਫ ਤੇਰਾ ਦਰਸ਼ਨ ਮੰਗਦਾ ਹੈ, ਤੂੰ ਜਲਦੀ ਦਰਸ਼ਨ ਦੇ। ਗੁਰੂ ਅਰਜਨ ਦੇਵ ਦੇ ਇਤਿਹਾਸ ਵਿੱਚ ਆਉਂਦਾ ਹੈ ਕਿ ਉਹਨਾਂ ਦੀ ਬਰਾਦਰੀ ਦੇ ਵਿੱਚ ਕਿਸੇ ਦੀ ਸ਼ਾਦੀ ਸੀ। ਗੁਰੂ ਰਾਮਦਾਸ ਨੂੰ ਉਸ ਸ਼ਾਦੀ ਦਾ ਸੰਦੇਸ਼ ਆਇਆ। ਉਹਨਾਂ ਨੇ ਆਪਦੇ ਦੂਸਰੇ ਲੜਕਿਆਂ ਨੂੰ ਵੀ ਕਿਹਾ, ਉਹ ਜਵਾਬ ਦੇ ਗਏ। ਗੁਰੂ ਅਰਜਨ ਦੇਵ ਨੂੰ ਕਿਹਾ, ਉਦੋਂ ਛੋਟੀ ਉਮਰ ਦੇ ਸੀ, ਬਈ ਤੂੰ ਜਾ, ਲਾਹੌਰ ਔਰ ਅੰਮ੍ਰਿਤਸਰ ਦਾ 30 ਮੀਲ ਦਾ ਫਾਸਲਾ ਹੈ, ਲੇਕਿਨ ਇਹ ਸ਼ਰਤ ਰੱਖ ਦਿੱਤੀ ਕਿ ਜਦ ਤੱਕ ਮੈਂ ਬੁਲਾਵਾਂ ਨਾ ਉਹਨਾਂ ਚਿਰ ਤੂੰ ਨਾ ਆਈ। ਉਹ ਹਮੇਸ਼ਾ ਉੱਪਰ ਆਪਦੇ ਮਕਾਨ ਤੇ ਚੜ੍ਹ ਕੇ ਦੇਖਦੇ ਹੁੰਦੇ ਕਿ ਸ਼ਾਇਦ ਕਿਤੇ ਅੰਮ੍ਰਿਤਸਰ ਨਜ਼ਰ ਹੀ ਆ ਜਾਵੇ, ਉਹ ਜਗ੍ਹਾ ਮੇਰਾ ਗੁਰੂ ਰਹਿੰਦਾ ਹੈ। ਫਿਰ ਆਪ ਆਪਣੀ ਬਾਣੀ ਦੇ ਵਿੱਚ ਲਿਖਦੇ ਹੈ, ਇੱਕ ਘੜੀ ਨਾ ਮਿਲਤੇ ਤੇ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਭ ਤੁਧ ਭਗਵੰਤਾ, ਮੋਇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ, ਬਿਨ ਦੇਖੇ ਗੁਰਦੁਆਰੇ ਜੀਓ। ਇੱਕ ਪਾਸੇ ਤਾਂ ਬਾਹਰੋਂ ਗੁਰੂ ਦਾ ਹੁਕਮ ਹੈ ਅਰਜਨ ਦੇਵ ਨੂੰ ਕਿ ਜਿੰਨਾ ਚਿਰ ਮੈਂ ਨਾ ਬੁਲਾਵਾਂ ਤੂੰ ਆਉਣਾ ਨਹੀਂਗਾ। ਦੂਜੇ ਪਾਸੇ ਅੰਦਰੋਂ ਤੜਫ ਲੱਗੀ ਹੋਈ ਹੈ। ਅਗਰ ਉਹ ਉਸ ਪਿਆਸ ਨੂੰ ਬੁਝਾਉਂਦੇ ਹੈ ਤਾਂ ਗੁਰੂ ਦੀ ਹੁਕਮ ਅਦੂਰੀ ਹੁੰਦੀ ਹੈ। ਗਣਿਤ ਵਿਦਿਆ ਵਾਲਿਆਂ ਨੇ ਕਲਯੁਗ ਦੀ ਉਮਰ 4,32,000 ਸਾਲ ਲਿਖੀ ਹੈ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ, ਇੱਕ ਘੜੀ ਨਾ ਮਿਲਤੇ ਤੇ ਕਲਯੁਗ ਹੋਤਾ। ਉਹ ਇੱਕ ਘੜੀ ਦੇ ਵਿਛੋੜੇ ਨੂੰ 4,32,000 ਸਾਲ ਦੇ ਵਿਛੋੜੇ ਦੇ ਤੁੱਲ ਸਮਝਦੇ ਹੈ। ਮੈਨੂੰ ਰਾਤ ਬੀਤਦੀ ਨਹੀਂ, ਦਿਨ ਨੂੰ ਚੈਨ ਨਹੀਂ ਕਿ ਕਦ ਮੈਨੂੰ ਦਰਸ਼ਨ ਮਿਲਣਗੇ, ਮੈਂ ਦਰਸ਼ਨਾਂ ਤੋਂ ਵਾਂਝਾ ਰਹਿ ਗਿਆ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਇੱਕ ਘੜੀ ਨਾ ਮਿਲ, ਆਪ ਕਹਿੰਦੇ ਹੈ ਜੇ ਇੱਕ ਛਿਨ ਵਿਛਰੇ ਤਾਂ ਜਾਣੋ ਬਰਸ 50। ਉਹ ਕਹਿੰਦੇ ਇੱਕ ਸਕਿੰਟ ਦਾ ਵਿਛੋੜਾ ਜਿਹੜਾ ਹੈ 50 ਵਰ੍ਹਿਆਂ ਜਿੰਨਾ ਫਰਕ ਪੈ ਜਾਂਦਾ ਹੈ। ਤੋਂ ਮਿਲਾਪ ਦੀ ਘੜੀ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ, ਰਾਤ ਨੂੰ ਕਹਿੰਦੇ ਤੂੰ ਵੱਧ ਜਾ, ਨੀਂਦ ਨੂੰ ਕਹਿੰਦੇ ਘਟ ਜਾ, ਕਿਉਂਕਿ ਜੇ ਦਿਨ ਚੜ੍ਹਿਆ ਤਾਂ ਮੇਰਾ ਵਿਛੋੜਾ ਹੋਏਗਾ। तुम देखन की चाहो है प्रभ मिलो सवेरा। ਮਹਾਰਾਜ ਸਾਵਣ ਸਿੰਘ ਸੱਚੇ ਪਾਤਸ਼ਾਹ ਗਰਮੀਆਂ ਦੇ ਦਿਨਾਂ ਵਿੱਚ ਡਲਹੌਜੀ ਚਲੇ ਜਾਂਦੇ ਸੀਗੇ। ਉੱਥੇ ਆਮ ਕਿਸੇ ਨੂੰ ਆਉਣ ਜਾਣ ਦਾ ਸਭ ਨੂੰ ਮਨਾਹੀ ਹੁੰਦੀ ਸੀਗੀ ਕਿ ਵੀ ਮੈਂ ਉੱਥੇ ਕੁਝ ਦਿਨ ਆਰਾਮ ਕਰਨਾ ਹੁੰਦਾ ਹੈ। ਔਰ ਪ੍ਰੇਮੀ ਲੋਕ ਜਿਹੜੇ ਸਨ ਉਹ ਉਡੀਕਦੇ ਹੁੰਦੇ ਸੀ ਕਦ ਆਉਣ ਡੇਰੇ ਦੇ ਵਿੱਚ, ਅਸੀਂ ਜਾ ਕੇ ਉਹਨਾਂ ਨੂੰ ਮਿਲੀਏ। ਇੱਕ ਦਫਾ ਉਹ ਤਿਆਰ ਹੋ ਗਏ, ਫਿਰ ਉਹਨਾਂ ਦਾ ਵਿਚਾਰ ਹੋਇਆ ਕਿ ਅਜੇ ਗਰਮੀ ਹੈ ਉੱਥੇ ਨੀਚੇ ਪਹਾੜੀ ਤੋਂ, ਫਿਰ ਰਹਿ ਗਏ। ਮਹਾਰਾਜ ਕਿਰਪਾਲ
ਜਿਨ੍ਹਾਂ ਦੇ ਦਿਲ ਵਿੱਚ ਸੱਚੀ ਤੜਪ ਸੀ, ਉਹਨਾਂ ਨੇ ਤਾਰ ਦਿੱਤੀ ਕਿ ਤੁਹਾਡੇ ਭਾ ਦੀ ਤਾਂ ਬਸੰਤ ਹੈ, ਕਿ ਇੱਥੇ ਤੁਸੀਂ ਤਾਂ ਖੁਸ਼ੀਆਂ ਮਨਾਉਂਦੇ ਤੇ ਸਾਡੇ ਭਾ ਦੀ ਅੰਤ ਹੈ। ਜਦ ਤਾਰ ਉਹਨਾਂ ਦੇ ਪਾਸ ਗਈ ਤਾਂ ਮਹਾਰਾਜ ਸਾਵਣ ਸਿੰਘ ਨੇ ਉਸੇ ਟਾਈਮ ਹੀ ਨੀਚੇ ਆਉਣ ਦੀ ਤਿਆਰੀ ਕਰ ਲਈ। ਮਹਾਰਾਜ ਕਿਰਪਾਲ ਨੂੰ ਕਹਿਣ ਲੱਗੇ, ਦੇਖ ਵੀ ਇਸ ਤਰ੍ਹਾਂ ਦੀ ਸਖਤ ਤਾਰ ਨਾ ਦਿਆ ਕਰ, ਮੇਰੇ ਦਿਲ ਦੇ ਵਿੱਚ ਵੀ ਉਤਨੀ ਹੀ ਤੜਫ ਹੁੰਦੀ ਹੈ ਜਿੰਨੀ ਤੇਰੇ ਦਿਲ ਵਿੱਚ ਤੜਫ ਹੈ। तुम देखण की चाओ है, प्रभ मिलो सवेरा, नैना तर से दर्श को, पल पलक ना लागे। नैना दे अंदर भी इतनी तड़फ है, इतनी बिरह है कि जे मैं अखां नूं बंद कर लिया, किते सामने आके खड़ा ना रहे। अखां भी खुलियां हन, क्योंकि तुसी प्रेमियां दी हालत देख लिया करो। नींद अगर आउंदी होवे तो प्रेमी रात नूं अखां ना बंद कर ले। कबीर साहब ने कहा सी, जब तुम आवे आंख में, आंख चाप मैं लूं, ना मैं देखा और को, ना तुझे देखण देऊं। मैं अपना दर्द दसदा हुन्ना है कि नैन ललारी, नैन कुसुंबा, नैन नैना नूं रंग दे। एक नैन नैना दी करन मजूरी ते मिहनत मूल नहीं मंगदे। नैना तार से दर्श को, पल पलक ना लागे। दर्द वंद दीदार का, निस बासर जागे। हुण आ प्यार ना कहंदे है, जिन्हां दे दिल अंदर दर्द है, प्यार है, तड़प है कि मैं गुरु दा दर्शन अंदरों करना ही करना है, कहण लगे ना उन्हें दिने चैन है, रात नूं चैन है। दर्द वंद दीदार का, निस बासर जागे। जो अब के प्रीतम मिले, करूं निमख ना न्यारा। थोड़ा प्यार ना कहंदी है आत्मा कि एक बारी अगर मिलाप हो जावे, मैं उन्हें कदे भी न्यारा नहीं करूंगी, क्योंकि जिन्हां दी लग जावे उन्हां दी अख नहीं लगदीगी। इस वास्ते मैं कदे न्यारा नहीं करूंगी। थानू गुरमेल सिंह महाराज सावण सिंह दे वक्त जन्मदिन ते भजन सुनाउणगे। ओदी जेड़ी पहली तुख है वो ये है, आ किरपाल कोल बैठ साडे, खोल दिलां दे वरके, होई कौन खनामी साथो, नंग गया चुप करके। जो अब के प्रीतम मिले, करूं निमख ना न्यारा। अब कबीर गुरु पाया, मिला प्राण प्यारा। आ प्यार ना कहंदे है, गुरु ने बेनती सुनी, स्वीकार कीती, क्योंकि बिरथी कदे ना होवी। सेवक दी अरदास गुरु नानक साहब ने कहा कि सच्चे दिलों जिहड़ी अरदास कीती जाती है, बेनती करी जाती है, सिर्फ गुरु तो गुरु दे मिलाप दी करी जाती है, वो जरूर सुनता है। कबीर साहब कहते हैं, सिख दी जब प्यार भरी बेनती मिलाप दी बेनती सी, उन्हें सुन ली, उन्हें मंजूर की। इस वास्ते वो तो भी रहा नहीं जाता गा। प्यारे, मैं अपनी जिंदगी की कहानी सुनाना हुंदा है कि महाराज किरपाल दी ना तो मैनू कोई निंदिया करने वाला मिलिया, ना कोई वडियाई करने वाला मिलिया। मैनू नहीं पता सीगा कि वो दिल्ली रहिंदा है, कलकत्ते रहिंदा है, या किरपाल नाम दा कोई संत भी है। प्यारे, वो कूक ही सी, वो फरियाद ही सी अंदरों
ਜਿਹੜੀ ਉਸ ਨੇ ਸੁਣੀ 500 ਕਿਲੋਮੀਟਰ ਤੇ ਖੁਦ ਚੱਲ ਕੇ ਆਇਆ। ਇਹ ਪਿਆਰਿਓ ਮੇਰਾ ਜਾਤੀ ਤਜਰਬਾ ਹੈ ਕਿ ਇਹ ਮਾਲਕ ਦੇ ਜਿਹੜੇ ਪਿਆਰੇ ਹੁੰਦੇ ਹੈ ਇਹ ਅੰਤਰਜਾਮੀ ਹੁੰਦੇ ਹੈ। ਇਹਨਾਂ ਨੂੰ ਸਭ ਪਤਾ ਹੁੰਦਾ ਹੈ ਕਿ ਸਾਨੂੰ ਕੌਣ ਪਿਆਰ ਨਾਲ ਯਾਦ ਕਰਦਾ ਹੈ, ਉੱਥੇ ਜ਼ਰੂਰ ਪਹੁੰਚਦੇ ਹੈ। ਮੈਂ ਇਸੇ ਵਾਸਤੇ ਇੱਕ ਭਜਨ ਦੇ ਵਿੱਚ ਲਿਖਿਆ ਹੈ, ਕੂਕ ਸੁਣੀ ਜਦ ਜੈਬ ਦੀ ਗਈ ਕਲੇਜਾ ਚੀਰ, ਆਸਣ ਛੋੜ ਸੱਚਖੰਡ ਦਾ ਤੇ ਆਏ ਕਿਰਪਾਲ ਅਖੀਰ। ਪਿਆਰਿਓ ਜੇ ਗੁਰੂ ਤੋਂ ਗੁਰੂ ਮੰਗਿਆ ਜਾਵੇ, ਗੁਰੂ ਨਾਨਕ ਨੇ ਕਿਹਾ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਸਾਨੂੰ ਅੰਨੇ ਜੀਵਾਂ ਨੂੰ ਮੂੜਾਂ ਨੂੰ ਮੰਗਣਾ ਵੀ ਨਹੀਂ ਆਉਂਦਾਗਾ, ਅਸੀਂ ਉਸ ਤੋਂ ਕੀ ਮੰਗਣਾ ਹੈ। ਹਾਂ ਸ਼ਬਦ 18 ਪੀਲੇ ਪਿਆਲਾ ਓ ਮਤ ਵਾਲਾ, ਪਿਆਲਾ ਨਾਮ ਅਮੀਰ ਰਸਕਾਰੇ। ਮੈਂ ਕਹਿਣਾ ਹੁੰਦਾ ਕਿ ਰੋਣ ਦਾ ਮਜ਼ਾ ਨਹੀਂਗਾ ਜਦ ਤੱਕ ਅੱਖਾਂ ਪੂੰਝਣ ਵਾਲਾ ਪਾਸ ਨਾ ਹੋਵੇ। ਪਿਆਰਿਓ ਜਦੋਂ ਸਿੱਖ ਤੜਫ ਕਰਦਾ ਹੈ ਗੁਰੂ ਪ੍ਰਗਟ ਹੁੰਦਾ ਹੈ, ਕਿਉਂਕਿ ਤੜਫ ਜਿੱਥੇ ਹੈ, ਜਿੱਥੇ ਅੱਗ ਲੱਗੀ ਹੈ, ਉੱਥੇ ਆਕਸੀਜਨ ਉਹਦੀ ਮਦਦ ਵਾਸਤੇ ਪਹੁੰਚਦੀ ਹੈ। ਇਸ ਵਾਸਤੇ ਜਿਹੜਾ ਗੁਰੂ ਹੈ ਉਹ ਵੀ ਆ ਕੇ ਕੀ ਕਰਦਾ ਹੈ, ਆਤਮਾ ਨੂੰ ਅੰਦਰ ਉਹ ਨਾਮ ਦਾ ਪਿਆਲਾ ਜਿਹਦੇ ਵਿੱਚ ਮਸਤੀ ਹੈ, ਦੁਨੀਆ ਦੀ ਮਸਤੀ ਨੂੰ ਭੁੱਲ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਹੈ, ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਇਆ ਆ। ਪੀਲੇ ਪਿਆਲਾ ਹੋ ਮਤ ਵਾਲਾ, ਪਿਆਲਾ ਨਾਮ ਅਮੀਰ ਰਸਕਾਰੇ। ਬਾਲਪਨ ਖੇਲ ਗਵਾਇਆ, ਤਰਨ ਪਿਆ ਨਾਰੀ ਬਸ ਕਾਰੇ। ਹੁਣ ਆਪ ਪਿਆਰ ਨਾਲ ਕਹਿੰਦੇ ਹੈ ਜਿਹੜਾ ਬਾਲਪਣਾ ਹੈ ਉਹ ਖੇਲ ਦੇ ਵਿੱਚ ਲੰਘ ਜਾਂਦਾ ਹੈ, ਜਵਾਨੀ ਵਿਛੇ ਬਕਾਰਾਂ 'ਚ ਲੰਘ ਜਾਂਦੀ ਹੈ, ਬੁਢਾਪਾ ਜਿਹੜਾ ਹੈ ਉਹ ਚਿੰਤਾ ਦੇ ਵਿੱਚ ਲੰਘ ਜਾਂਦਾ ਹੈ। ਬਾਲਪਨ ਖੇਲ ਗਵਾਇਆ, ਤਰਨ ਪਿਆ ਨਾਰੀ ਬਸ ਕਾਰੇ। ਬਿਰਦ ਪਿਆ ਕਫ ਬਾਏ ਨੇ ਕੇਰਾ, ਖਾਟ ਪੜਾ ਨ ਜਾਏ ਖਿਸਕਾਰੇ। ਉਦੋਂ ਬੁਢਾਪਾ ਆ ਜਾਂਦਾ ਹੈ, ਮੰਜਾ ਮੱਲ ਲੈਂਦੇ ਹੈ। ਅਮਰੀਕਾ ਦਾ ਤੁਹਾਨੂੰ ਪਤਾ ਹੀ ਹੈ ਕਿ ਕੁਰਸੀਆਂ ਬਣੀਆਂ ਹੋਈਆਂ ਹਨ, ਨਾ ਆਪਣੇ ਆਪ ਬੈਠਿਆ ਜਾਂਦਾ ਹੈ, ਨਾ ਤੁਰਿਆ ਜਾਂਦਾ ਹੈ। ਲੇਕਿਨ ਜੇ ਉਦੋਂ ਵੀ ਸਿਮਰਨ ਕਰਿਆ ਜਾਵੇ ਉਹ ਵੀ ਕਾਰਗਰ ਹੈ। ਬਿਰਦ ਪਿਆ ਕਫ ਬਾਏ ਨੇ ਕੇਰਾ, ਖਾਟ ਪੜਾ ਨ ਜਾਏ ਖਿਸਕਾਰੇ। ਨਾਭ ਕੰਵਲ ਵਿੱਚ ਹੈ ਕਸਤੂਰੀ, ਜੈਸੇ ਮਿਰਗ ਫਿਰੇ ਬਨ ਕਾਰੇ। ਆ ਪਿਆਰ ਨਾਲ ਕਹਿੰਦੇ ਹੈ ਪਰਮਾਤਮਾ ਅੰਦਰ ਹੈ, ਅੰਦਰ ਵੜ ਕੇ ਖੋਜ ਕਰਨੀ ਹੈ। ਸਾਡੀ ਉਹ ਹਾਲਤ ਹੈ ਜਿਵੇਂ ਮਿਰਗ ਦੇ ਕਸਤੂਰੀ ਨਾਭ ਵਿੱਚ ਹੁੰਦੀ ਹੈ, ਉਹ ਝਾੜਾਂ ਵਿੱਚ ਪਾਲਦਾ ਫਿਰਦਾ ਹੈ। ਨਾਭ ਕੰਵਲ ਵਿੱਚ ਹੈ ਕਸਤੂਰੀ, ਜੈਸੇ ਮਿਰਗ ਫਿਰੇ ਬਨ ਕਾਰੇ। ਬਿਨ ਸਤ ਗੁਰ ਇਤਨਾ ਦੁਖ ਪਾਇਆ, ਵੈਦ ਮਿਲਾ ਨਹਿ ਇਸ ਤਨ ਕਾਰੇ। ਹੁਣ ਆ ਪਿਆਰ ਨਾਲ ਕਹਿੰਦੇ ਹੈ ਕਿ ਜਿਤ ਕਦੇ ਮੌਤ ਹੈ, ਕਦੇ ਪੈਦਾਇਸ਼ ਹੈ। ਪਤਾ ਨਹੀਂ ਕਿਸੇ ਨੂੰ ਕਿ ਕਾਦੀ ਦੁਨੀਆ ਬਣੀ ਹੈ, ਕਿੰਨੇ ਅਸੀਂ
ਚੱਕਰ ਇਸ ਸੰਸਾਰ ਵਿੱਚ ਲਾਏ ਹੈ, ਕਿੰਨਿਆਂ ਦੀਆਂ ਪਤਨੀਆਂ ਬਣੀਆਂ, ਕਿੰਨੇ ਵਾਰੀ ਅਸੀਂ ਪਤੀ ਬਣੇ ਹੈ, ਕਿੰਨੇ ਵਾਰੀ ਅਸੀਂ ਮੱਛਰ ਬਣੇ, ਕਿੰਨੇ ਵਾਰੀ ਮੱਖੀ ਬਣੇ ਹੈ। ਕੋਈ ਨਹੀਂ ਕਹਿ ਸਕਦਾਗਾ ਕਿ ਦੁਨੀਆ ਕਦ ਬਣੀ ਹੈ ਜਾਂ ਮੈਂ ਕਿੰਨੇ ਜਾਮਿਆਂ ਵਿੱਚ ਜਾ ਕੇ ਆਇਆ ਹੋਇਆ ਹੈ। ਕਿਉਂ ਇੰਨੇ ਜਾਮਿਆਂ ਵਿੱਚ ਅਸੀਂ ਜਾਂਦੇ ਹਾਂ? ਅੱਜ ਤਾਈਂ ਸਾਨੂੰ ਗੁਰੂ ਨਹੀਂ ਮਿਲਿਆ, ਨਾਮ ਨਹੀਂ ਮਿਲਿਆ। ਅਗਰ ਸਾਨੂੰ ਗੁਰੂ ਮਿਲਿਆ ਹੁੰਦਾ, ਕਿਸੇ ਜਾਮੇ ਵਿੱਚ ਨਾਮ ਮਿਲਿਆ ਹੁੰਦਾ, ਅੱਜ ਅਸੀਂ ਇੱਥੇ ਬੈਠੇ ਨਾ ਹੁੰਦੇ। ਪਿਆਰਿਓ, ਇਸੇ ਸਾਲ ਦਾ ਵਾਕਿਆ ਹੈ, ਜਨਵਰੀ ਦਾ। ਮੈਂ ਪਹਿਲਾਂ ਵੀ ਇਹ ਕਹਾਣੀ ਸ਼ਾਇਦ ਛਪ ਚੁੱਕੀ ਹੋਵੇ, ਇਹ ਵੀ ਤਾਜ਼ਾ ਵਾਕਿਆ ਹੈ। ਗੁਰਮੇਲ ਦੀ ਦਾਦੀ ਸੀ, ਜਿਹਨੇ ਮਹਾਰਾਜ ਕਿਰਪਾਲ ਦੇ ਤਾਂ ਦਰਸ਼ਨ ਕੀਤੇ ਸੀ, ਲੇਕਿਨ ਮਹਾਰਾਜ ਸਾਵਣ ਦੇ ਨਹੀਂ ਕਰੇ ਸੀਗੇ। ਉਸ ਨੂੰ ਲਕਵਾ ਮਾਰ ਗਿਆ ਜਨਵਰੀ ਦੇ ਸ਼ੁਰੂ ਵਿੱਚ। ਬੰਬੇ ਦਾ ਪ੍ਰੋਗਰਾਮ ਸੀਗਾ, ਘਰ ਦੇ ਕਾਫੀ ਪਰੇਸ਼ਾਨ ਸੀ। ਉਹਦੀ 100 ਸਾਲ ਦੀ ਉਮਰ ਸੀ। ਤੁਹਾਨੂੰ ਪਤਾ ਹੈ ਕਿ ਪਹਿਲਾਂ ਅਸੀਂ ਜੀਵ ਜਿਤਨੇ ਹੁੰਦੇ ਆ, ਨਾਮ ਸ਼ਬਦ ਦੀ ਉਤਨੀ ਪ੍ਰਭਾ ਨਹੀਂ ਕਰਦੇ ਜਿੰਨੀ ਕਰਨੀ ਚਾਹੀਦੀ ਹੈ। ਅੰਤ ਵੇਲੇ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਖਿਆਲ ਆਉਂਦੇ ਹੈ। ਉਸ ਮਾਤਾ ਦੇ ਕਾਫੀ ਦੁਨੀਆਦਾਰੀ ਦੇ ਖਿਆਲ ਆਉਣੇ ਸ਼ੁਰੂ ਹੋਏ। ਉਹਦੇ 4 ਲੜਕੇ ਹੈ। ਸਾਰਿਆਂ ਦੇ ਦਿਲ ਦੇ ਵਿੱਚ ਬੜੀ ਪਰੇਸ਼ਾਨੀ ਹੋਈ ਕਿ ਪਤਾ ਨਹੀਂ ਇਹ ਕਿਸ ਜੂਨ ਵਿੱਚ ਜਾਏਗੀ, ਕੀ ਬਣੇਗਾ ਇਸ ਦਾ, ਇਹ ਕੀ ਕੁਛ ਬੋਲੀ ਜਾਂਦੀ ਹੈ। ਉਹ ਮੇਰੇ ਕੋਲੇ ਆਏ। ਮੈਂ ਆਖਿਆ, ਬਈ ਤੁਸੀਂ ਕਿਉਂ ਪਰੇਸ਼ਾਨ ਹੁੰਦੇ ਹੋ? ਇਸ ਨੂੰ ਤੁਸੀਂ ਕੁਛ ਹੀ ਨਾ ਕਹੋ। ਉਹ ਚੁੱਪ ਰਹੇ। ਸ਼ਾਮ ਨੂੰ ਮਹਾਰਾਜ ਕਿਰਪਾਲ ਸਾਵਣ ਦੇ ਦਰਸ਼ਨ ਹੋਏ। ਕਹਿਣ ਲੱਗੀ, ਤੁਸੀਂ ਛਿੜਕਾਓ ਕਰ ਦਿਓ, ਬੂਹਾ ਖੋਲ ਦਿਓ, ਮਹਾਰਾਜ ਜੀ ਆ ਗਏ ਹੈ। ਬੰਬੇ ਨੂੰ ਅਸੀਂ ਜਾਣਾ ਸੀ। ਉਹਨਾਂ ਦਾ ਲੜਕਾ ਨਿਰਮਲ ਸਿੰਘ ਮੇਰੇ ਪਾਸ ਆਇਆ। ਮੈਨੂੰ ਕਹਿਣ ਲੱਗਿਆ, ਅਸੀਂ ਬੰਬੇ ਜਾਈਏ ਜਾਂ ਨਾ ਜਾਈਏ। ਮੈਂ ਆਖਿਆ, ਮੈਨੂੰ ਨਾ ਪੁੱਛੋ, ਤੁਸੀਂ ਉਸ ਮਾਤਾ ਨੂੰ ਪੁੱਛੋ ਕਿ ਮਹਾਰਾਜ ਜਦ ਉਹਨੂੰ ਦਰਸ਼ਨ ਦਿੰਦੇ ਹੈ ਕਦ ਜਾਣਾ ਹੈ, ਉਹ ਆਪੇ ਹੀ ਦੱਸੇਗੀ। ਜਦ ਉਹਨੂੰ ਪੁੱਛਿਆ, ਉਹ ਕਹਿਣ ਲੱਗੀ, ਫਿਲਹਾਲ ਦੱਸਦੇ ਨਹੀਂ, ਬੋਲਦੇ ਨਹੀਂ ਗੇ। ਕੋਈ 5-6 ਦਿਨਾਂ ਬਾਅਦ ਉਹਨੇ ਦਿਨੇ ਦੱਸਿਆ, ਮੈਂ ਮਿੱਟੀ ਦੀ ਸੇਵਾ ਕਰਾ ਰਿਹਾ ਸੀਗਾ। ਅਜੀਤ ਸਿੰਘ ਮੈਨੂੰ ਆ ਕੇ ਕਹਿਣ ਲੱਗਿਆ ਕਿ ਅੱਜ ਮਾਤਾ ਨੇ ਜਾਣਾ ਹੈ, ਸਾਨੂੰ ਦੱਸਿਆ ਹੈ। ਸੋ ਪਿਆਰਿਓ, ਇਹ ਇੱਕ ਸੱਚ ਹੈ ਕਿ ਜੇ ਗੁਰੂ ਮਿਲਿਆ ਹੋਵੇ, ਉਹ ਜ਼ਰੂਰ ਲੈਣ ਵਾਸਤੇ ਆਉਂਦਾ ਹੈ। ਔਰ ਫਿਰ ਅਸੀਂ ਭੂਤਾਂ ਪ੍ਰੇਤਾਂ ਦੀ ਤਰ੍ਹਾਂ, ਜਾਨਵਰਾਂ ਦੀ ਤਰ੍ਹਾਂ ਇਹ ਦੁਨੀਆ ਦੇ ਵਿੱਚ ਅਸੀਂ ਚੱਕਰ ਨਹੀਂ ਲਾਉਂਦੇ ਗੇ। ਪਿਆਰਿਓ, ਸਾਡੀ ਕੀ ਹਾਲਤ ਹੁੰਦੀ ਹੈ? ਅਸੀਂ ਸ਼ਾਂਤੀ ਨਾਲ ਕਿਸੇ ਨੂੰ ਚੋਲਾ ਵੀ ਛੱਡਣ ਨਹੀਂ ਦਿੰਦੇ ਹੁੰਦੇ। ਕਿਸੇ ਦਾ ਅੰਤ ਸਮਾਂ ਆਉਂਦਾ ਹੈ। ਆ ਗੁਰਮੇਲ ਸਿੰਘ ਨੇ ਭਜਨ ਵਿੱਚ ਦੱਸਿਆ ਸੀਗਾ ਕਿ ਸਾਰੇ ਆਪੋ ਆਪਣੀ ਡਫਲੀ ਵਜਾਉਂਦੇ ਆ। ਪਤਨੀ ਕਹਿੰਦੀ ਹੈ, ਮੈਨੂੰ ਛੱਡ ਕੇ ਕਿੱਧਰ ਜਾਣਾ ਹੈ, ਮੈਨੂੰ ਕਿਹਦੇ ਲੜ ਲਾ ਚੱਲਿਆ ਹੈ। ਪਤੀ ਕਹਿੰਦਾ, ਤੂੰ ਮੈਨੂੰ ਛੱਡ ਕੇ ਚੱਲ ਰਹੀ ਹੈ। ਇਸੇ ਤਰ੍ਹਾਂ ਬੱਚੇ ਆਪਣਾ ਰੋਣਾ ਰੋਂਦੇ ਹੈ। ਅਸੀਂ ਕਿਸੇ ਨੂੰ ਆਰਾਮ ਨਾਲ ਮਰਨ ਨਹੀਂ ਦਿੰਦੇਗੇ। ਸੋ ਸਾਹ ਵੀ ਨਹੀਂ ਨਿਕਲਣ ਦਿੰਦੇਗੇ। ਸਾਡਾ ਹੱਕ ਬਣਦਾ ਹੈ ਕਿ ਉਸ ਵੇਲੇ ਜੇ ਕੋਈ ਬਿਨਾਂ ਨਾਮ ਲੈਵਾ ਹੈ, ਉਸ ਨੂੰ ਤੁਸੀਂ ਪਾਸੇ ਕਰੋ। ਫਿਰ ਉਹਨੂੰ ਪੁੱਛੋ ਪ੍ਰੇਮ ਪਿਆਰ ਨਾਲ ਕਿ ਸਿਮਰਨ ਯਾਦ ਹੈ। ਅਗਰ ਨਹੀਂ ਯਾਦ, ਉਹਨੂੰ ਯਾਦ ਦਿਲਾਓ। ਉਹ ਚੁੱਪ ਕਰਕੇ ਨਹੀਂ ਜਾਏਗਾ, ਜ਼ਰੂਰ ਤੁਹਾਨੂੰ ਦੱਸੇਗਾ ਕਿ ਸਤਿਗੁਰੂ ਆਏ ਹੈ, ਮੈਂ ਜਾ ਰਿਹਾ ਹੈ। ਬਿਨ ਸਤ ਗੁਰ ਇਤਨਾ ਦੁਖ ਪਾਇਆ, ਵੈਦ ਮਿਲਾਨ ਹੈ ਇਸ ਤਨ ਕਾਰੇ। ਮਾਤ ਪਿਤਾ ਬੰਧੂ ਸੁਤ ਤਿਰਿਆ, ਸੰਗ ਨਹੀਂ ਕੋਈ ਜਾਏ ਸਕਾਰੇ। ਹੁਣ ਨਾ ਜਦੋਂ ਅੰਤ ਸਮਾਂ ਆਉਂਦਾ ਹੈ, ਮਾਤਾ ਨਾਲ ਜਾਂਦੀ ਹੈ, ਨਾ ਪਿਤਾ, ਨਾ ਭੈਣ, ਨਾ ਭਰਾ, ਨਾ ਕੋਈ ਸਮਾਜ ਹੀ ਸਾਡੀ ਉਦੋਂ ਮਦਦ ਕਰਦਾ ਹੈ। ਹੁਣ ਜਿਸ ਨੇ ਸਾਡੀ ਮਦਦ ਕਰਨੀ ਹੈ, ਜਿਹਨੇ ਸਾਡੇ ਨਾਲ ਤੁਰਨਾ ਹੈ, ਔਖੇ ਵੇਲੇ ਆ ਕੇ ਸਹਾਈ ਹੋਣਾ ਹੈ, ਗੁਰੂ ਨਾਲ ਯਾਦ, ਗੁਰੂ ਦੇ ਨਾਲ ਪਿਆਰ ਨਹੀਂ, ਗੁਰੂ ਦੀ ਯਾਦ ਭੁਲਾਈ ਬੈਠੇ ਹੈ। ਮਾਤ ਪਿਤਾ ਬੰਧੂ ਸੁਤ ਤਿਰਿਆ, ਸੰਗ ਨਹੀਂ ਕੋਈ ਜਾਏ ਸਕਾਰੇ। ਜਬ ਲਗ ਜੀਵੇ ਗੁਰੂ
गुण गाले तन जो बन है इन दस कारे। ਇਹ ਦੁਨੀਆ ਦੀਆਂ ਜਿੰਨੀਆਂ ਮਾਨਵੜੀਆਂ ਹੈ, ਧਨ ਹੈ, ਜਵਾਨੀ ਹੈ, ਇਹ ਦੱਸ ਦਿੰਦਾ ਹੈ, ਢਲਦਾ ਪਰਛਾਵਾਂ ਹੈ। ਆਪ ਪਿਆਰ ਨਾਲ ਕਹਿੰਦੇ ਆ ਜਿੰਨਾ ਚਿਰ ਸਾਸ ਹੈ ਉਹਨਾਂ ਚਿਰ ਗੁਰੂ ਨੂੰ ਨਾ ਭੁੱਲੋ। ਗੁਰੂ ਨਾਨਕ ਨੇ ਵੀ, ਗੁਰੂ ਅਰਜਨ ਦੇਵ ਨੇ ਕਿਹਾ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਈ न मेटे दात। गुर करता गुर करने जो, गुर परमेश्वर है पी हो। कहो नानक प्रभु है जनाई, बिन गुर मुक्त न पाइए पाई। जब लाग जीवे गुरु गुण गाले तन जो बन है इन दस कारे। 84 जो उबरा चाहे छोड़ कामनी का चसकारे। अगर जे 84 चो बचना चाਹੁੰਦੇ ਹੋ, ਜੰਮਣ ਮਰਨ ਦੇ ਦੁੱਖਾਂ ਤੋਂ ਬਚਣਾ ਚਾਹੁੰਦੇ ਹੋ, ਵਿਸ਼ੇ ਵਿਕਾਰਾਂ ਤੋਂ ਮੂੰਹ ਨੂੰ ਮੋੜ ਕੇ ਸ਼ਬਦ ਨਾਮ ਦੀ ਤਰਫ ਆਪਣੇ ਖਿਆਲ ਨੂੰ ਜੋੜੋ। 84 जो उबरा चाहे छोड़ कामनी का चसकारे। कहें कबीर सुनो पाई साधो, नख सिख पूर रहा बिखकारे। ਹੁਣ ਕਬੀਰ ਸਾਹਿਬ ਨੇ ਇਹ ਛੋਟੇ ਜਿਹੇ ਸ਼ਬਦ ਦੇ ਅੰਦਰ ਬੜੇ ਪਿਆਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਸ਼ਿਸ਼ ਦੇ ਅੰਦਰ ਜਦੋਂ ਸੱਚੀ ਤੜਫ ਹੁੰਦੀ ਹੈ, ਸੱਚਾ ਪਿਆਰ ਹੁੰਦਾ ਹੈ, ਗੁਰੂ ਕੋਲੋਂ ਗੁਰੂ ਮੰਗਦਾ ਹੈ, ਗੁਰੂ ਵੀ ਜ਼ਰੂਰ ਉਹ ਪਿਆਰ ਦਾ ਬੱਝਾ ਹੋਇਆ, ਕਿਉਂਕਿ ਖੁਦ ਹੀ ਉਸ ਨੇ ਪਿਆਰ ਦਾ ਬੀਜ ਸਿੱਖ ਦੇ ਅੰਦਰ ਲਾਇਆ ਹੁੰਦਾ ਹੈ, ਬੀਜਿਆ ਹੁੰਦਾ ਹੈ, ਉਹ ਜ਼ਰੂਰ ਆ ਕੇ ਦਰਸ਼ਨ ਦਿੰਦਾ ਹੈ। ਸੋ ਸਾਨੂੰ ਵੀ ਚਾਹੀਦਾ ਹੈ ਆਪਦੇ ਦਿਲ ਅੰਦਰ ਸੱਚੀ ਤੜਪ, ਸੱਚਾ ਪਿਆਰ ਬਣਾਈਏ, ਸ਼ਬਦ ਨਾਮ ਦੀ ਕਮਾਈ ਕਰੀਏ, ਆਪਦੇ ਜੀਵਨ ਨੂੰ ਸਫਲ ਬਣਾਈਏ।